ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ यानी थोड़ी आवाज बंद हो गई, आवाज नहीं आ रही। यानी जी थोड़ी आवाज नहीं आ रही। तो चानो म्यूट हो गए। आह म्यूट हो गए और मैं नहीं रहा, मैं कहना कनेक्शन ही टूट गया लगता। कनेक्शन टूट गया उन्होंने। हाँ जी, पेज दसोगे? पेज 942 है जी। 942 लाइन की है, लाइन की है। एक मिनट दस दे 43 श्लोक। हाँ जी, कवन मूल कवन मत वेला। कवन मूल कवन मत मिला। यानी उन्होंने आईटी ਦਾ ਹੀ ਪ੍ਰੋਬਲਮ ਲੱਗਦੀ ਹੈ ਕੁਝ। फिर तो ज्वाइन करनगे। फोन करके देखिए उन्होंने। आंदे आ जी, आ गए। ਹਾਂਜੀ ਹੁਣ ਮੇਰੀ ਆਵਾਜ਼ ਆ ਰਹੀ ਜੀ? हाँ जी आ रही है जी। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸਿੱਧ ਗੋਸ਼ਟ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਇਸ ਪਾਵਨ ਬਾਣੀ ਅੰਦਰ ਸਿੱਧਾਂ ਨੇ ਬਹੁਤ ਸਾਰੇ ਸਵਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਕੀਤੇ ਹਨ। ਉਹਨਾਂ ਨੇ ਆਪਣਾ ਮਤ ਪੇਸ਼ ਕੀਤਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਹਨ ਔਰ ਗੁਰਮਤਿ ਦੇ ਸਿਧਾਂਤ ਜੋ ਯੂਨੀਵਰਸਲ ਟਰੁੱਥ ਹੈ ਉਹ ਉਹਨਾਂ ਦੇ ਸਾਹਮਣੇ ਰੱਖਿਆ ਹੈ ਔਰ ਸਿੱਧਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਨੇ। ਕੱਲ ਤੱਕ ਅਸੀਂ 42 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਕੱਲ ਲਾਸਟ ਪੰਕਤੀ ਸੀ, ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਈ। ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਇਹ ਸਿੱਧ ਪੁਰਸ਼ੋ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਉਹਨੂੰ ਸਾਰੇ ਭਵਨ ਦੀ ਸੂਝੀ ਹੋ ਜਾਂਦੀ ਹੈ। ਭਾਵ ਕਿ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਪੂਰੇ ਜਗਤ ਦੇ ਅੰਦਰ ਪ੍ਰਭੂ ਵਿਆਪਕ ਹੈ, ਉਹ ਕੁਦਰਤ ਤੋਂ ਬਾਹਰ ਨਹੀਂ ਹੈ। ਉਹਦੇ ਮਿਲਾਪ ਵਾਸਤੇ ਸਾਨੂੰ ਸੰਸਾਰ ਔਰ ਘਰ ਗ੍ਰਸਤੀ ਤਿਆਗਣ ਦੀ ਜ਼ਰੂਰਤ ਨਹੀਂ, ਸਗੋਂ ਗੁਰੂ ਗਿਆਨ ਦੀ ਅਗਵਾਈ ਵਿੱਚ ਚੱਲ ਕੇ ਰੱਬੀ ਗੁਣਾਂ ਦੇ ਧਾਰਨੀ ਹੋਣਾ ਔਰ ਰੱਬੀ ਹੁਕਮ ਦੇ ਅੰਦਰ ਤੁਰਨਾ ਚਾਹੀਦਾ ਹੈ। ਆਓ ਇਸ ਤੋਂ ਅਗਲੀ ਜੋ ਵਿਚਾਰ ਹੈ ਉਹ ਆਰੰਭ ਕਰੀਏ। ਗੁਰੂ ਪਾਤਸ਼ਾਹ ਜੀ ਅੱਗੇ ਹੁਣ ਸਿੱਧ ਸਵਾਲ ਰੱਖ ਰਹੇ ਨੇ, ਕਵਣ ਮੂਲ ਕਵਣ ਮਤ ਵੇਲਾ। ਕਵਣ ਮੂਲ ਦਾ ਮਤਲਬ ਕਿ ਜੀਵਨ ਦਾ ਮੂਲ ਕੀ ਹੈ, ਜੀਵਨ ਦੀ ਸ਼ੁਰੂਆਤ, ਜੀਵਨ ਦਾ ਆਰੰਭ ਕੀ ਹੈ। ਕਵਣ ਮਤ ਵੇਲਾ, ਮਤ ਦਾ ਮਤਲਬ ਸਿੱਖਿਆ ਔਰ ਕਿਹੜੀ ਸਿੱਖਿਆ ਲੈਣ ਦਾ ਸਮਾਂ ਹੈ, ਯਾਨੀ ਮਨੁੱਖ ਨੂੰ ਕਿਹੜੀ ਸਿੱਖਿਆ ਲੈਣੀ ਚਾਹੀਦੀ ਹੈ। ਔਰ ਜੀਵਨ ਦੇ ਜੋ ਆਰੰਭ ਹੈ, ਜੀਵਨ ਦਾ ਜੋ ਮੂਲ ਹੈ ਉਹ ਕੀ ਹੈ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਦੂਜਾ ਸਵਾਲ ਕੀਤਾ ਹੈ ਕਿ ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਹੈ। ਕਵਣ ਕਥਾ ਲੈ ਰਹੋ ਨਿਰਾਲੇ। ਕਥਾ ਦਾ ਮਤਲਬ ਗੱਲ, ਕਵਣ ਕਥਾ ਕਿਹੜੀ ਗੱਲ ਦੇ ਨਾਲ, ਕਿਹੜੇ ਵਿਚਾਰਾਂ ਦੇ ਨਾਲ। ਨਿਰਾਲੇ ਦਾ ਮਤਲਬ ਕਿ ਕਿਹੜੇ ਵਿਚਾਰਾਂ ਕਰਕੇ ਤੂੰ ਵੱਖਰਾ ਰਹਿੰਦਾ ਹੈ। ਨਿਰਾਲੇ ਦਾ ਮਤਲਬ ਨਿਰਲੇਪ, ਕਿ ਇਸ ਜਗਤ ਦੇ ਵਿੱਚੋਂ ਨਿਰਲੇਪ ਕਿਵੇਂ ਰਹਿੰਦੇ ਹੋ। ਜਗਤ ਦੇ ਵਿਕਾਰਾਂ ਤੋਂ ਬਚਣਾ, ਮੋਹ ਤੋਂ ਬਚਣਾ, ਨਿਰਲੇਪ ਕਿਵੇਂ ਰਹਿੰਦੇ ਹੋ, ਉਹ ਕਿਹੜੇ ਵਿਚਾਰ ਨੇ। ਬੋਲੇ ਨਾਨਕ ਸੁਣੋ ਤੁਮ ਬਾਲੇ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਇਹ ਨਾਨਕ ਤੁਸੀਂ ਸੁਣੋ। ਇੱਥੇ ਬਾਲੇ ਜਿਹੜਾ ਸ਼ਬਦ ਹੈ
ਉਹ ਗੁਰੂ ਨਾਨਕ ਵਾਸਤੇ ਵਰਤ ਰਹੇ ਨੇ। ਬਾਲੇ ਦਾ ਮਤਲਬ ਹੁੰਦਾ ਹੈ ਨੌਜਵਾਨ ਲੜਕਾ। ਕੀ ਹੈ ਨੌਜਵਾਨ? ਇਹ ਬੱਚੇ ਸੁਣ ਔਰ ਸਾਨੂੰ ਇਹਨਾਂ ਗੱਲਾਂ ਦਾ ਉੱਤਰ ਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਉਮਰ ਹੈ ਉਹ ਜੋਗੀਆਂ ਤੋਂ ਉਸ ਵਕਤ ਛੋਟੀ ਹੈ, ਇਸ ਕਰਕੇ ਬਾਲੇ ਸ਼ਬਦ ਨਾਲ ਸੰਬੋਧਿਤ ਹੋ ਰਹੇ ਨੇ। ਇਸ ਕਥਾ ਕਾ ਦੇ ਵਿਚਾਰ, ਜੋ ਕੁਛ ਅਸੀਂ ਆਖਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਔਰ ਇਹਨਾਂ ਗੱਲਾਂ ਦਾ ਵਿਚਾਰ ਦੇ, ਇਹਨਾਂ ਗੱਲਾਂ ਦਾ ਉੱਤਰ ਵੀ ਦੇ। ਸਾਨੂੰ ਇਸ ਗੱਲ ਦੀ ਵੀ ਵਿਚਾਰ ਦੱਸ, ਉਹ ਕਿਹੜੀ ਗੱਲ ਹੈ? ਭਵਜਲ ਸ਼ਬਦ ਲੰਘਾਵਣ ਹਾਰ। ਸਾਨੂੰ ਇਸ ਗੱਲ ਦੀ ਸਮਝਾ ਕਿ ਸ਼ਬਦ ਦੀ ਰਾਹੀਂ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਲੰਘਾਉਂਦੇ ਹੋ। ਸ਼ਬਦ ਦੀ ਰਾਹੀਂ ਸੰਸਾਰ ਸਮੁੰਦਰ ਤੋਂ ਆਪਣੇ ਜੋ ਤੇਰੇ ਫੋਲੋਵਰ ਨੇ ਉਹਨਾਂ ਨੂੰ ਕਿਵੇਂ ਪਾਰ ਲੰਘਾਏਗਾ। ਸ਼ਬਦ ਦੀ ਰਾਹੀਂ ਕਿਵੇਂ ਪਾਰ ਲੰਘਿਆ ਜਾ ਸਕਦਾ ਹੈ, ਸਾਨੂੰ ਇਸ ਗੱਲ ਦੀ ਵਿਚਾਰ ਵੀ ਦੇ। ਤਾਂ ਗੁਰੂ ਪਾਤਸ਼ਾਹ ਜੀ ਹੁਣ ਉਹਨਾਂ ਦੇ ਪਹਿਲੇ ਸਵਾਲ ਦਾ ਉੱਤਰ ਦੇ ਰਹੇ ਨੇ। ਪਵਨ ਆਰੰਭ ਸਤਿਗੁਰ ਮਤ ਵੇਲਾ, ਕਿ ਪ੍ਰਾਣ ਹੀ ਹਸਤੀ ਦਾ ਮੁੱਢ ਨੇ। ਪਵਨ ਦਾ ਮਤਲਬ ਹਵਾ, ਯਾਨੀ ਪ੍ਰਾਣ ਜੋ ਸਵਾਸ ਨੇ, ਇਹ ਪ੍ਰਾਣਾਂ ਦਾ ਮੁੱਢ ਹੈ, ਮੂਲ ਹੈ। ਜੇ ਸਵਾਸ ਨਾ ਆਣ ਤਾਂ ਬੰਦਾ ਜਿੰਦਾ ਨਹੀਂ ਰਹਿ ਸਕਦਾ, ਇੱਕ ਪਲ ਵੀ ਜਿੰਦਾ ਨਹੀਂ ਰਹਿ ਸਕਦਾ। ਜੇ ਸਵਾਸ ਆ ਰਹੇ ਨੇ ਤਾਂ ਅਸੀਂ ਜਿੰਦਾ ਹਾਂ, ਤਾਂ ਹੀ ਸਾਡਾ ਜੀਵਨ ਹੈ। ਜੇ ਪ੍ਰਾਣ ਆਣੇ, ਸਵਾਸ ਆਣੇ ਬੰਦ ਹੋ ਜਾਣ ਤਾਂ ਬੰਦਾ ਖਤਮ ਹੋ ਜਾਏਗਾ। ਤਾਂ ਜੋ ਜੀਵਨ ਦਾ ਮੁੱਢ ਹੈ, ਮੂਲ ਹੈ, ਉਹ ਜੀਵਨ ਦਾ ਮੂਲ ਨੇ ਪ੍ਰਾਣ। ਸਤਿਗੁਰ ਮਤ ਵੇਲਾ, ਤੇ ਕਿਹੜੀ ਸਿੱਖਿਆ ਲੈਣ ਦਾ ਸਮਾਂ ਹੈ? ਪੁੱਛਿਆ ਸੀ ਨਾ ਕਿ ਸਿੱਖਿਆ ਕਿਹੜੀ ਲਈ ਜਾਵੇ, ਕਿਉਂਕਿ ਅਨੇਕਾਂ ਮਤ ਮਤਾਂਤਰ ਨੇ। ਜਿਵੇਂ ਸੰਨਿਆਸੀਆਂ ਦੇ ਕਿੰਨੇ ਸਾਰੇ ਫਿਰਕੇ ਨੇ, ਜੋਗੀਆਂ ਦੇ ਫਿਰਕੇ ਨੇ, ਇਸ ਤੋਂ ਇਲਾਵਾ ਹੋਰ ਕਿੰਨੇ ਸਾਰੇ ਧਰਮ ਨੇ, ਮਤ ਮਤਾਂਤਰ ਨੇ, ਔਰ ਕਿੰਨੀਆਂ ਸਾਰੀਆਂ ਸਿੱਖਿਆਵਾਂ ਲੋਕ ਦੇ ਰਹੇ ਨੇ ਔਰ ਲੈ ਰਹੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਦੀ ਸਿੱਖਿਆ ਲੈਣ ਦਾ ਸਮਾਂ ਹੈ, ਯਾਨੀ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਣਾ ਚਾਹੀਦਾ ਹੈ। ਸੱਚਾ ਗਿਆਨ ਸਾਡੇ ਕੋਲ ਚਾਹੀਦਾ ਹੈ। ਜੋ ਯੂਨੀਵਰਸਲ ਟਰੁੱਥ ਹੈ ਉਹਦੀ ਸਮਝ ਚਾਹੀਦੀ ਹੈ ਬੰਦੇ ਨੂੰ। ਜਦ ਤੱਕ ਯੂਨੀਵਰਸਲ ਟਰੁੱਥ ਦਾ ਨਹੀਂ ਪਤਾ, ਉਦੋਂ ਤੱਕ ਬੰਦਾ ਕੁਝ ਵੀ ਸਹੀ ਨਹੀਂ ਕਰ ਪਾਏਗਾ। ਇਸ ਲਈ ਗੁਰੂ ਦੀ ਮੱਤ ਧਾਰਨ ਕਰਨ ਦਾ ਵੇਲਾ ਹੈ, ਯਾਨੀ ਮਨੁੱਖ ਨੂੰ ਗੁਰੂ ਦਰਸਾਏ ਰਾਹਾਂ ਤੇ ਤੁਰਨਾ ਚਾਹੀਦਾ ਹੈ। ਗਿਆਨ ਗੁਰੂ ਦੀ ਅਗਵਾਈ ਅੰਦਰ ਜ਼ਿੰਦਗੀ ਜੀਣੀ ਚਾਹੀਦੀ ਹੈ। ਸੰਸਾਰ ਨੂੰ ਤਿਆਗਣ ਦੀ ਲੋੜ ਨਹੀਂ, ਵਿਖਾਵੇ ਦੀਆਂ ਸਮਾਧੀਆਂ ਲਾਉਣ ਦੀ ਲੋੜ ਨਹੀਂ, ਔਰ ਘਰ ਗ੍ਰਸਤ ਨੂੰ ਤਿਆਗਣ ਦੀ ਲੋੜ ਨਹੀਂ। ਸਗੋਂ ਗੁਰੂ ਦੀ ਸਿੱਖਿਆ ਲੈ ਕੇ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈ। ਗੁਰੂ ਦੀ ਸਿੱਖਿਆ ਲੈਣ ਦਾ ਸਮਾਂ ਹੈ। ਇਸ ਜੀਵਨ ਨੂੰ ਐਵੇਂ ਮਨਮਤਾਂ ਜਾਂ ਮਤਲਬ ਜਿਹੜੀ ਹੋਛੀ ਮੱਤ ਹੈ ਉਹਦੇ ਨਾਲ ਲੱਗ ਕੇ ਬਰਬਾਦ ਨਹੀਂ ਕਰਨਾ ਚਾਹੀਦਾ। ਸ਼ਬਦ ਗੁਰੂ ਸੁਰਤ ਤੋਂ ਚੀਲਾ। ਗੁਰੂ ਪਾਤਸ਼ਾਹ ਨੇ ਦੱਸਿਆ ਕਿ ਸ਼ਬਦ ਹੀ ਮੇਰਾ ਗੁਰੂ ਹੈ। ਸ਼ਬਦ ਦਾ ਮਤਲਬ ਗਿਆਨ, ਗਿਆਨ ਹੀ ਮੇਰਾ ਗੁਰੂ ਹੈ। ਔਰ ਜੋ ਮੇਰੀ ਸੁਰਤ ਉਸ ਸ਼ਬਦ ਦੇ ਨਾਲ, ਹੁਕਮ ਦੇ ਨਾਲ ਜੁੜੀ ਹੋਈ ਹੈ, ਉਹੀ ਉਹਦਾ ਸਿੱਖ ਹੈ। ਸੁਰਤ ਦਾ ਟਿਕਾ, ਯਾਨੀ ਸਿੱਖ ਜੋ ਹੈ ਸੁਰਤ ਦਾ ਟਿਕਾ ਹੈ। ਸੱਚ ਦੇ ਅੰਦਰ ਸੁਰਤ ਦਾ ਲੱਗ ਜਾਣਾ। ਜੇਕਰ ਸੁਰਤ ਸੱਚ ਦੇ ਨਾਲ ਨਹੀਂ ਜੁੜੀ, ਬਾਹਰੀ ਤੌਰ ਤੇ ਜੇ ਕਿਸੇ ਨੇ ਪਹਿਨਾਵਾ ਪਹਿਨਿਆ ਹੈ ਤਾਂ ਉਹਦਾ ਕੋਈ ਲਾਭ ਹੋਣ ਵਾਲਾ ਨਹੀਂ ਹੈ। ਬਾਹਰੀ ਤੌਰ ਤੇ ਕੋਈ ਵੀ ਪਹਿਨਾਵਾ ਪਹਿਨ ਲਓ, ਕੋਈ ਵੀ ਆਪਣੇ ਸਰੀਰਕ ਚਿੰਨ੍ਹ ਧਾਰਨ ਕਰ ਲਓ, ਤਾਂ ਉਹਦੇ ਨਾਲ ਕੁਝ ਹੋਣ ਵਾਲਾ ਨਹੀਂ ਹੈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਪਹਿਨਾਵੇ ਨੂੰ ਕੋਈ ਬਹੁਤ ਜ਼ਿਆਦਾ ਮਹਾਨਤਾ ਨਹੀਂ ਦਿੱਤੀ। ਪਹਿਨਾਵਾ ਸਿਰਫ ਤਨ ਢੱਕਣ ਵਾਸਤੇ ਹੈ, ਗਰਮੀ ਸਰਦੀ ਤੋਂ ਬਚਣ ਵਾਸਤੇ ਹੈ। ਇਹਦਾ ਇੰਨਾ ਕੀ ਫੰਕਸ਼ਨ ਹੈ, ਇਸ ਤੋਂ ਜ਼ਿਆਦਾ ਨਹੀਂ। ਕਿਉਂਕਿ ਗੁਰੂ ਜੀ ਨੇ ਪਾਵਨ ਵਚਨ ਕੀਤਾ ਹੈ ਥਾਂ ਪਰ ਥਾਂ, ਜੋਗ ਨਾ ਭਗਵੀਂ ਕੱਪੜੀ, ਕਿ ਨਿਰੀ ਭਗਵੇਂ ਕੱਪੜੇ ਪਾ ਲੈਣ ਦੇ ਨਾਲ, ਭੇਸ਼ ਧਾਰਨ ਕਰ ਲੈਣ ਦੇ ਨਾਲ ਰੱਬ ਦੇ ਨਾਲ ਜੁੜਨਾ ਨਹੀਂ ਮਿਲਦਾ। ਜੇ ਕੇਵਲ ਭਗਵੇਂ ਕੱਪੜੇ ਪਾਉਣ ਦੇ ਨਾਲ ਸੱਚ ਦੇ ਨਾਲ ਬੰਦੇ ਦੀ ਸੁਰਤ ਜੁੜ ਸਕਦੀ ਹੋਵੇ, ਇਨਸਾਨੀਅਤ ਪੈਦਾ ਹੋ ਸਕਦੀ ਹੋਵੇ, ਜਾਂ ਬੰਦਾ ਰੱਬ ਵਿੱਚ ਮਿਲ ਸਕਦਾ ਹੋਵੇ, ਤਾਂ ਇਹ ਤਾਂ ਬੜਾ ਸੌਖਾ ਕੰਮ ਹੈ। ਫਿਰ ਤਾਂ ਕੰਮ ਹੀ ਮੁੱਕਿਆ ਨਾ, ਪਾਪ ਅਪਰਾਧ ਖਤਮ ਹੋ ਜਾਣਗੇ, ਸਾਰੇ ਭਗਵੇਂ ਕੱਪੜੇ ਪਾ ਲੈਣ, ਇਹਦੇ ਚ ਕੀ ਪ੍ਰੋਬਲਮ ਹੈ। ਲੇਕਿਨ ਨਿਰੇ ਕੱਪੜੇ ਬਦਲਣ ਦੇ ਨਾਲ, ਕੱਪੜੇ ਰੰਗਣ ਦੇ ਨਾਲ ਸੁਰਤ ਨੂੰ ਕੋਈ ਫਰਕ ਨਹੀਂ ਪੈਂਦਾ, ਸੋਚ ਵਿੱਚ ਕੋਈ ਫਰਕ ਨਹੀਂ ਪੈਂਦਾ ਨਾ, ਫਿਰ ਉਹਦਾ ਲਾਭ ਨਹੀਂ।
ਗੁਰੂ ਜੀ ਨੇ ਨਾਲ ਬਚਨ ਕੀਤਾ ਹੈ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਦਿਓ। ਇਹ ਨਹੀਂ ਕਿ ਜੇ ਭਗਵੇਂ ਨਹੀਂ ਤੇ ਚਿੱਟੇ ਪਾ ਲਈਏ, ਤਾਂ ਚਿੱਟੇ ਕੱਪੜੇ ਪਾਉਣ ਦੇ ਨਾਲ ਕੀ ਹੋਣਾ ਹੈ? ਜੇ ਚਿੱਤ ਮੈਲਾ ਹੈ, ਸੋਚ ਮੈਲੀ ਹੈ, ਤਾਂ ਮੈਲੀ ਸੋਚ ਦੇ ਨਾਲ ਜੇ ਚਿੱਟੇ ਕੱਪੜੇ ਵੀ ਪਾ ਲਓਗੇ ਤੇ ਕੱਪੜਿਆਂ ਨਾਲ ਤੇ ਕੁਝ ਹੋਣ ਨਹੀਂ ਵਾਲਾ। ਕਈ ਲੋਕ ਨੇ ਮੈਲਾ ਕੁਚੈਲਾ ਵੇਸ਼ ਰੱਖਦੇ ਨੇ ਕਿ ਮੈਲਾ ਕੁਚੈਲਾ ਵੇਸ਼ ਰੱਖਣ ਦੇ ਨਾਲ ਸ਼ਾਇਦ ਰੱਬ ਮਿਲ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਮੈਲੇ ਵੇਸ਼ ਨਾਲ ਕੀ ਹੋਣਾ? ਮਨ ਤੇ ਪਹਿਲਾਂ ਹੀ ਮੈਲਾ ਤੇ ਤਨ ਵੀ ਮੈਲਾ। ਇਸ ਲਈ ਪਹਿਨਾਵੇ ਦੀ ਕੋਈ ਅਹਿਮੀਅਤ ਨਹੀਂ ਹੈ, ਸੁਰਤ ਦੀ ਗੱਲ ਹੈ। ਸਾਡੀ ਸੋਚ ਕੈਸੀ ਹੈ? ਜੇ ਸੋਚ ਸੱਚੀ ਨਹੀਂ ਤਾਂ ਬਾਹਰੀ ਤੌਰ ਤੇ ਜਿਹੜੀ ਦਿੱਖ ਹੈ ਉਹਦੇ ਨਾਲ ਸੱਚ ਦਾ ਕੋਈ ਸੰਬੰਧ ਨਹੀਂ ਹੈ। ਕੋਈ ਪੈਂਟ ਸ਼ਰਟ ਵਾਲਾ ਵੀ ਸੱਚ ਦੇ ਨਾਲ ਜੁੜਿਆ ਹੋ ਸਕਦਾ ਹੈ, ਕੋਈ ਕਮੀਜ਼ ਪਜਾਮੇ ਵਾਲਾ ਵੀ ਜੁੜਿਆ ਹੋ ਸਕਦਾ ਹੈ, ਕੋਈ ਵੀ ਕਿਸੇ ਪਹਿਨਾਵੇ ਵਾਲਾ ਸੱਚ ਦੇ ਨਾਲ ਜੁੜ ਸਕਦਾ ਹੈ। ਸੱਚ ਵਾਸਤੇ ਪਹਿਲੀ ਗੱਲ ਕਿਸੇ ਪਹਿਨਾਵੇ ਦੀ ਲੋੜ ਨਹੀਂ ਵੱਖਰੇ ਦੀ, ਔਰ ਸੱਚ ਵਾਸਤੇ ਕਿਸੇ ਤਿਆਗ ਦੀ ਲੋੜ ਨਹੀਂ ਕਿ ਸੰਸਾਰ ਔਰ ਗ੍ਰਸਤ ਨੂੰ ਛੱਡਣ ਦੇ ਨਾਲ ਸੱਚ ਮਿਲਣਾ ਹੈ। ਇਹਦਾ ਕੋਈ ਸੰਬੰਧ ਨਹੀਂ ਹੈ। ਸੱਚ ਤਾਂ ਸੰਸਾਰ ਦੇ ਅੰਦਰ ਰਹਿ ਕੇ ਬੋਲਣਾ ਹੈ ਔਰ ਸੱਚ ਵਾਲੀ ਜ਼ਿੰਦਗੀ ਜੀਣੀ ਹੈ। ਫਿਰ ਸੱਚ ਦਾ ਵਿਖਾਵੇ ਦੀਆਂ ਸਮਾਧੀਆਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤਾਂ ਗੁਰੂ ਜੀ ਕਹਿਣ ਲੱਗੇ ਸ਼ਬਦ ਹੀ ਗੁਰੂ ਹੈ ਔਰ ਸੁਰਤ ਉਸ ਸ਼ਬਦ ਦੇ ਨਾਲ ਜੋੜਨਾ ਹੀ ਇਹ ਮੇਰਾ ਇਹਦਾ ਸਿੱਖ ਹੈ। ਯਾਨੀ ਸ਼ਬਦ ਦਾ ਸਿੱਖ ਹੋਣਾ ਹੈ। ਸੁਰਤ ਜਿਹੜਾ ਹੈ ਸ਼ਬਦ ਦੇ ਨਾਲ ਜੋੜਨੀ ਹੈ, ਗਿਆਨ ਦੇ ਨਾਲ। ਸੁਰਤ ਦਾ ਮਤਲਬ ਇੱਥੇ ਹੈ ਸਾਡੀ ਮੈਂਟੈਲਿਟੀ। ਸੁਰਤ ਦਾ ਮਤਲਬ ਸਮਾਧੀ ਲਾਉਣ ਵਾਲੀ ਸੁਰਤ ਨਹੀਂ ਹੈ। ਸ਼ਬਦ ਦਾ ਮਤਲਬ ਗਿਆਨ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਔਰ ਸੁਰਤ ਦਾ ਮਤਲਬ ਸਾਡੀ ਮੈਂਟੈਲਿਟੀ, ਸਾਡੀ ਮਾਨਸਿਕਤਾ, ਸੋਚ। ਜੇ ਅਸੀਂ ਇਸ ਚੀਜ਼ ਨੂੰ ਸਮਝ ਲਵਾਂਗੇ ਸਾਨੂੰ ਸੌਖਾ ਸਮਝ ਆ ਜਾਏਗਾ। ਸੁਰਤ ਸ਼ਬਦ ਭਵਸਾਗਰ ਤਰੀਏ ਨਾਨਕ ਨਾਮ ਵਖਾਣਾ, ਤਾਂ ਉੱਥੇ ਵੀ ਇਹੀ ਗੱਲ ਕਹੀ ਗਈ ਹੈ ਕਿ ਜਦੋਂ ਅਸੀਂ ਆਪਣੀ ਸੋਚ ਨੂੰ ਸੱਚ ਦੇ ਨਾਲ ਜੋੜ ਲੈਂਦੇ ਹਾਂ ਤਾਂ ਸਾਡੇ ਵਿਕਾਰਾਂ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਤਾਂ ਸ਼ਬਦ ਹੀ ਮੇਰਾ ਗੁਰੂ ਹੈ ਔਰ ਜੋ ਸੁਰਤ ਹੈ ਉਸ ਗਿਆਨ ਦੇ ਨਾਲ ਜੋ ਪ੍ਰੀਤ ਪਾਣੀ ਹੈ ਉਹੀ ਚੀਲਾ ਹੈ ਉਸਦਾ। ਕਥਾ ਲੈ ਰਹੋ ਨਿਰਾਲਾ। ਹੁਣ ਨਿਰਾਲਾ ਕਿਵੇਂ ਰਹਿੰਦੇ ਆ? ਪੁੱਛਿਆ ਸੀ ਨਾ ਕਿ ਕਵਨ ਕਥਾ ਲੈ ਰਹੋ ਨਿਰਾਲੇ, ਕਿ ਤੁਸੀਂ ਕਿਹੜੀ ਉਹ ਵਿਚਾਰ ਹੈ ਜਿਹੜੀ ਵਿਚਾਰ ਕਰਕੇ ਤੁਸੀਂ ਨਿਰਲੇਪ ਰਹਿੰਦੇ ਹੋ। ਤਾਂ ਅਕਥ ਦਾ ਮਤਲਬ ਹੈ ਉਹ ਪ੍ਰਭੂ ਜਿਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦਾ ਕੋਈ ਰੂਪ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਜੇ ਅਸੀਂ ਰੱਬ ਨੂੰ ਕਹੀਏ ਕਿ ਰੱਬ ਕੈਸਾ ਹੈ, ਤਾਂ ਅਸੀਂ ਇਹ ਨਹੀਂ ਨਾ ਕਹਿ ਸਕਦੇ ਕਿ ਇਸ ਬੰਦੇ ਵਰਗਾ ਹੈ। ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਆਕਾਰ ਨਹੀਂ, ਔਰ ਅੰਤ ਨਹੀਂ ਪਾਇਆ ਜਾ ਸਕਦਾ। ਇਹ ਸਾਹਮਣੇ ਜੋ ਦਿਸਦਾ ਸਾਡਾ ਬ੍ਰਹਿਮੰਡ ਹੈ, ਇਹਦਾ ਅੰਤ ਨਹੀਂ ਨਾ ਪਾਇਆ ਜਾ ਸਕਦਾ। ਕਿਤਨੇ ਮਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ ਇਸ ਦੁਨੀਆ ਨੂੰ ਇਨਸਾਨ ਵੇਖ ਚੁੱਕਾ ਹੈ, ਪਰ ਉਸਦਾ ਅੰਤ ਨਹੀਂ ਹੈ। ਤਾਂ ਜਿਹੜਾ ਅਕਥ ਹੈ, ਕਿਉਂਕਿ ਅਨੰਤ ਗੁਣ ਵੀ ਨੇ ਉਸ ਵਿੱਚ, ਅਨੰਤ ਦਾਤਾਂ ਨੇ, ਹਰ ਸ਼ੈ ਅਨੰਤ ਅਨੰਤ ਹੈ। ਕਥਾ ਦਾ ਮਤਲਬ ਹੈ ਉਹਦੀਆਂ ਗੱਲਾਂ, ਉਹਦੀ ਸਿਫਤ ਸਲਾਹ, ਰੱਬੀ ਗੁਣ। ਅਕਥ ਕਥਾ ਲੈ ਰਹੋ ਨਿਰਾਲਾ, ਕਿ ਜੋ ਅਨੰਤ ਪ੍ਰਭੂ ਹੈ ਉਹਦੇ ਗੁਣਾਂ ਦਾ ਧਾਰਨੀ ਹੋ ਕੇ ਮੈਂ ਇਸ ਸੰਸਾਰ ਵਿੱਚੋਂ ਨਿਰਲੇਪ ਰਹਿੰਦਾ ਹਾਂ। ਗੁਣਾਂ ਦੇ ਧਾਰਨੀ ਹੋ ਕੇ ਨਿਰਲੇਪ ਰਹਿੰਦਾ ਹਾਂ। ਔਰ ਇਹ ਗੱਲ ਦੇਖੋ ਬਿਲਕੁਲ ਸੌਖੀ ਹੈ, ਸਮਝਣ ਵਾਲੀ ਹੈ ਕਿ ਸੰਸਾਰ ਨੂੰ ਛੱਡਣ ਦੀ ਲੋੜ ਨਹੀਂ ਹੈ। ਵਿਕਾਰਾਂ ਤੋਂ ਨਿਰਲੇਪ ਹੋਣਾ ਹੈ, ਝੂਠ ਤੋਂ, ਪਾਪ ਤੋਂ, ਅਪਰਾਧ ਤੋਂ, ਮੇਰ ਤੇਰ ਦੇ ਵਿਤਕਰਿਆਂ ਤੋਂ, ਜਾਤੀਵਾਦ ਤੋਂ। ਤੇ ਇਹਨਾਂ ਤੋਂ ਨਿਰਲੇਪ ਹੋਣ ਵਾਸਤੇ ਸਿਰਫ ਗੁਣਾਂ ਦੀ ਲੋੜ ਹੈ। ਜਿਹੜਾ ਸੱਚ ਬੋਲਣ ਵਾਲਾ ਬੰਦਾ ਹੈ ਉਹ ਆਪਣੇ ਪਰਾਏ ਸਾਰਿਆਂ ਦੇ ਨਾਲ ਸੱਚ ਬੋਲੇਗਾ, ਤੇ ਸੱਚ ਜਿਹੜਾ ਹੈ ਉਹ ਬਿਲਕੁਲ ਨਿਰਲੇਪ ਹੈ, ਸਾਰਿਆਂ ਵਾਸਤੇ ਬਰਾਬਰ ਹੈ। ਜੋ ਨਿਰਵੈਰ ਇਨਸਾਨ ਹੈ ਉਹਦਾ ਕਿਸੇ ਦੇ ਨਾਲ ਵੈਰ ਨਹੀਂ ਹੈ। ਜੋ ਨਿਰਭਉ ਇਨਸਾਨ ਹੈ ਉਹ ਨਾ ਡਰਦਾ ਹੈ ਨਾ ਡਰਾਉਂਦਾ ਹੈ। ਜੋ ਸੱਚਾ ਇਨਸਾਨ ਹੈ ਉਹ ਚੋਰੀ ਚਕਾਰੀ ਕਰੇਗਾ ਹੀ ਨਹੀਂ, ਉਹ ਕਿਸੇ ਦੇ ਨਾਲ ਬੇਨਿਆਈ ਕਰੇਗਾ ਹੀ ਨਹੀਂ। ਗੁਣਾਂ ਦੇ ਧਾਰਨੀ ਹੋਣਾ ਹੀ ਮੇਰ ਤੇਰ ਦੇ ਵਿਤਕਰਿਆਂ ਤੋਂ, ਮੋਹ ਤੋਂ, ਹੰਕਾਰ ਤੋਂ, ਚੋਰੀ ਤੋਂ, ਬੇਈਮਾਨੀ ਤੋਂ, ਠੱਗੀਆਂ ਤੋਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐ ਜੋਗੀਓ ਮੈਂ ਪ੍ਰਭੂ ਦੀ ਸਿਫਤ ਸਲਾਹ ਕਰਦਾ ਹਾਂ, ਰੱਬੀ ਗੁਣਾਂ ਦੇ ਨਾਲ ਜੁੜਦਾ ਹਾਂ, ਔਰ ਰੱਬੀ ਗੁਣਾਂ ਦੇ ਨਾਲ ਜੁੜ ਕੇ ਇਸ ਸੰਸਾਰ ਤੋਂ ਨਿਰਲੇਪ ਰਹਿੰਦਾ ਹਾਂ। ਭਾਵ ਸਭ ਦੇ ਨਾਲ ਇੱਕ ਜੈਸਾ ਮਿਲਵਰਤਨ ਹੈ। ਨਾਨਕ ਜੁਗ ਜੁਗ ਗੁਰ ਗੋਪਾਲਾ। ਗੁਰ ਦਾ ਮਤਲਬ ਵੱਡਾ, ਗੋਪਾਲਾ, ਗੋ ਦਾ ਮਤਲਬ ਸ੍ਰਿਸ਼ਟੀ, ਪਾਲਾ ਦਾ ਮਤਲਬ ਪਾਲਣ ਵਾਲਾ,
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਜਿਹੜਾ ਵੱਡਾ ਪ੍ਰਭੂ ਹੈ, ਹਰ ਯੁੱਗ ਦੇ ਅੰਦਰ, ਯੁੱਗ ਦਾ ਮਤਲਬ ਸਮਾਂ, ਯੁੱਗ ਯੁੱਗ ਦਾ ਮਤਲਬ ਹਰ ਸਮੇਂ ਮੌਜੂਦ ਹੈ। ਕੋਈ ਐਸਾ ਸਮਾਂ ਨਹੀਂ ਕਿ ਜਦੋਂ ਰੱਬ ਨਾ ਹੋਵੇ, ਕੋਈ ਐਸੀ ਥਾਂ ਨਹੀਂ ਜਿੱਥੇ ਰੱਬ ਨਾ ਹੋਵੇ। ਤਾਂ ਫਿਰ ਉਹਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਜਾਣ ਦੀ ਕੀ ਲੋੜ ਹੈ? ਉਹਨੂੰ ਲੱਭਣ ਵਾਸਤੇ ਫਿਰ ਸਮਾਧੀਆਂ ਲਾਉਣ ਦੀ ਕੀ ਲੋੜ ਹੈ, ਜੋ ਹਰ ਥਾਂ ਤੇ ਹੈ, ਜੋ ਹਰ ਜੀਅ ਦੇ ਅੰਦਰ ਦਿਸ ਰਿਹਾ ਹੈ। ਫਿਰ ਤਾਂ ਅੱਖਾਂ ਖੋਲ ਕੇ ਦੇਖਣ ਦੀ ਲੋੜ ਹੈ ਨਾ, ਸੋਚ ਬਦਲਣ ਦੀ ਲੋੜ ਹੈ ਨਾ। ਜੇ ਸੋਚ ਨਹੀਂ ਬਦਲਦੀ ਤਾਂ ਫਿਰ ਤਾਂ ਕੁਝ ਵੀ ਨਹੀਂ ਹੈ। ਗੱਲ ਤਾਂ ਸੋਚ ਨੂੰ ਬਦਲਣ ਦੀ ਹੈ। ਜੇ ਸੋਚ ਸਾਡੀ ਬਦਲ ਜਾਏ, ਇਨਸਾਨਾਂ ਦੀ, ਮਨੁੱਖਾਂ ਦੀ, ਇੱਕ ਦੂਜੇ ਦੇ ਅੰਦਰ ਅਸੀਂ ਰੱਬ ਨੂੰ ਵੇਖੀਏ, ਬੰਦੇ ਨੂੰ ਹੀ ਰੱਬ ਦਾ ਰੂਪ ਜਾਣੀਏ, ਰੱਬ ਦਾ ਰੂਪ ਜਾਣ ਕੇ ਇੱਕ ਦੂਜੇ ਨਾਲ ਵਿਹਾਰ ਕਰੀਏ, ਆਪਣੇ ਅੰਦਰੋਂ ਰੱਬੀ ਗੁਣਾਂ ਨੂੰ ਹਰ ਇਨਸਾਨ ਪ੍ਰਗਟ ਕਰੇ, ਤਾਂ ਜ਼ਿੰਦਗੀ ਤਾਂ ਬਿਲਕੁਲ ਸੌਖੀ ਹੈ। ਲੇਕਿਨ ਹਰ ਇਨਸਾਨ ਨੇ ਆਪਣੀ ਜ਼ਿੰਦਗੀ ਨੂੰ, ਪਰਿਵਾਰਕ ਜੀਵਨ ਨੂੰ ਆਪ ਬਰਬਾਦ ਕੀਤਾ ਹੋਇਆ ਹੈ, ਗੁਣਾਂ ਦੇ ਨਾਲੋਂ ਟੁੱਟ ਕੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜੋਗੀਓ, ਰੱਬ ਤਾਂ ਹਰ ਥਾਂ ਤੇ ਹਰ ਸਮੇਂ ਮੌਜੂਦ ਹੈ। ਏਕ ਸ਼ਬਦ ਜਿਤ ਕਥਾ ਵਿਚਾਰੀ। ਤਾਂ ਜੋ ਰੱਬ ਦੇ ਗੁਣ ਨੇ, ਇਹਨਾਂ ਨੂੰ ਕਿਵੇਂ ਵਿਚਾਰਿਆ ਜਾ ਸਕਦਾ ਹੈ? ਏਕ ਸ਼ਬਦ ਦਾ ਮਤਲਬ ਇੱਕ ਗੁਰੂ ਦਾ ਗਿਆਨ, ਗੁਰੂ ਗਿਆਨ ਰਾਹੀਂ ਰੱਬੀ ਗੁਣਾਂ ਨੂੰ ਵਿਚਾਰਿਆ ਜਾ ਸਕਦਾ ਹੈ। ਕਿਉਂਕਿ ਗਿਆਨ ਦੀ ਸਹੀ ਵਰਤੋਂ ਕਰਨੀ ਹੈ। ਜਿਵੇਂ ਅਸੀਂ ਰੋਜ਼ ਬੇਨਤੀ ਕਰਦੇ ਹਾਂ ਕਿ ਗਿਆਨ ਦੀ ਵਰਤੋਂ ਹੀ ਕਰਨੀ ਹੈ ਨਾ। ਗਿਆਨ ਹਰ ਇੱਕ ਦੇ ਕੋਲ ਹੈ, ਲੇਕਿਨ ਉਹ ਗਿਆਨ ਦੀ ਵਰਤੋਂ ਗਲਤ ਕਰ ਰਿਹਾ ਹੈ। ਜਦੋਂ ਬੰਦਾ ਕਿਸੇ ਦੇ ਨਾਲ ਚਲਾਕੀ ਕਰਕੇ ਠੱਗੀ ਮਾਰਦਾ ਹੈ, ਹੁਣ ਹੈਕਰਸ ਨੇ ਵੈਬਸਾਈਟ ਕਿਸ ਦੀ ਹੈਕ ਕਰ ਲਈ, ਖਾਤਾ ਹੈਕ ਕਰ ਲਿਆ, ਤਾਂ ਇਹ ਗਿਆਨ ਤੋਂ ਬਿਨਾਂ ਥੋੜੀ ਉਹਨਾਂ ਦੇ ਕੋਲ ਕਿੰਨਾ ਗਿਆਨ ਹੈ। ਦੇਖੋ, ਸੌਫਟਵੇਅਰ ਕਿਸੇ ਨੇ ਬਣਾਏ ਨੇ ਤੇ ਉਹਦੇ ਵੀ ਉਲਟ ਕੁਛ ਮਤਲਬ ਤੋੜ ਫੋੜ ਕਰ ਲੈਣੀ। ਗਿਆਨ ਤਾਂ ਹੈ, ਲੇਕਿਨ ਉਸ ਗਿਆਨ ਦੀ ਗਲਤ ਵਰਤੋਂ ਕਰ ਰਹੇ ਨੇ। ਅੰਗੂਰਾਂ ਦੀ ਸ਼ਰਾਬ ਬਣਾਣੀ ਗਿਆਨ ਤਾਂ ਹੈ, ਗਿਆਨ ਤੋਂ ਬਿਨਾਂ ਤਾਂ ਨਹੀਂ ਬਣਦੀ। ਹੁਣ ਅਸੀਂ ਨਹੀਂ ਬਣਾ ਸਕਦੇ ਕਿਉਂਕਿ ਗਿਆਨ ਨਹੀਂ ਨਾ। ਗਿਆਨ ਤਾਂ ਹੈ ਪਰ ਉਹਦੀ ਵਰਤੋਂ ਗਲਤ ਕਰ ਰਹੇ ਨੇ। ਤਾਂ ਗੁਰੂ ਦਾ ਜੋ ਗਿਆਨ ਹੈ ਉਹ ਸੱਚਾ ਗਿਆਨ ਹੈ। ਗੁਰੂ ਸਾਨੂੰ ਗਿਆਨ ਦੀ ਸਹੀ ਵਰਤੋਂ ਸਿਖਾਉਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਗਿਆਨ ਦੀ ਰਾਹੀਂ ਜੋ ਰੱਬੀ ਗੁਣ ਨੇ ਉਹਨਾਂ ਦੇ ਵਿਚਾਰਵਾਨ ਬਣਿਆ ਜਾ ਸਕਦਾ ਹੈ, ਉਹਨਾਂ ਵਿਚਾਰਾਂ ਨੂੰ ਵਿਚਾਰਿਆ ਜਾ ਸਕਦਾ ਹੈ, ਰੱਬੀ ਗੁਣਾਂ ਬਾਰੇ ਵਿਚਾਰ ਹੋ ਸਕਦੀ ਹੈ, ਰੱਬੀ ਗੁਣਾਂ ਨੂੰ ਆਪਣੇ ਵਿਚਾਰ ਮੰਡਲ ਵਿੱਚ, ਸੋਚ ਮੰਡਲ ਵਿੱਚ ਵਸਾਇਆ ਜਾ ਸਕਦਾ ਹੈ। ਔਰ ਹਰ ਇਨਸਾਨ ਚੰਗੇ ਗੁਣਾਂ ਦਾ ਧਾਰਨੀ ਹੋ ਸਕਦਾ ਹੈ ਜੇ ਉਹ ਗਿਆਨ ਦੀ ਸਹੀ ਵਰਤੋਂ ਕਰਨੀ ਸਿੱਖ ਜਾਏ, ਜੇ ਉਹ ਗਿਆਨ ਦੀ ਸਹੀ ਵਰਤੋਂ ਕਰਨ ਦੀ ਟਰਾਈ ਕਰੇ। ਜਿੰਨਾ ਜ਼ੋਰ ਲੋਕ ਝੂਠ ਬੋਲਣ ਵਾਸਤੇ ਲਾਉਂਦੇ ਨੇ, ਸੱਚ ਬੋਲਣ ਵਾਸਤੇ ਤਾਂ ਇਹਨਾਂ ਕਜੀਏ ਕਰਨ ਦੀ ਲੋੜ ਹੀ ਨਹੀਂ। ਜਿੰਨਾ ਈਰਖਾ ਦਵੇਸ਼ ਵਾਸਤੇ ਸਾਡਾ ਜ਼ੋਰ ਲੱਗ ਰਿਹਾ ਹੈ, ਉਹਨਾਂ ਸੱਚ ਵਾਸਤੇ ਤਾਂ ਜ਼ੋਰ ਹੀ ਨਹੀਂ ਹੈ, ਲੋੜ ਹੀ ਨਹੀਂ ਹੈ। ਸੱਚ ਤਾਂ ਆਰਾਮ ਦੇ ਨਾਲ ਬੋਲਿਆ ਜਾ ਸਕਦਾ ਹੈ ਔਰ ਸੱਚ ਰਾਹੀਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਖੇੜੇ ਆ ਸਕਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਇੱਕ ਗੁਰੂ ਦਾ ਗਿਆਨ ਹੀ ਹੈ ਜਿਸ ਰਾਹੀਂ ਰੱਬੀ ਗੁਣਾਂ ਦੇ ਵਿਚਾਰਵਾਨ ਹੋਇਆ ਜਾ ਸਕਦਾ ਹੈ। ਗੁਰਮੁਖ ਹਉਮੈ ਅਗਨ ਨਿਵਾਰੀ। ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਜੋ ਹਉਮੈ ਦੀ ਅੱਗ ਹੈ ਉਹ ਦੂਰ ਕੀਤੀ ਜਾ ਸਕਦੀ ਹੈ। ਗੁਰਮੁਖ ਜਿਹੜਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਗੁਰੂ ਗਿਆਨ ਦਾ ਜੋ ਧਾਰਨੀ ਹੈ, ਉਹਦੇ ਜੀਵਨ ਦੀ ਨਿਸ਼ਾਨੀ ਹੈ ਕਿ ਉਹ ਆਪਣੀ ਜ਼ਿੰਦਗੀ ਚੋਂ ਹਉਮੈ ਖਤਮ ਕਰ ਲੈਂਦਾ ਹੈ। ਆਪਾਂ ਜਪਜੀ ਸਾਹਿਬ ਵਿੱਚ ਇਹ ਵਿਚਾਰ ਕਰ ਆਏ ਹਾਂ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਇ। ਹੁਣ ਹਉਮੈ ਕੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਰੱਬ ਦੇ ਨਾਲੋਂ ਵੱਖਰੀ ਹਸਤੀ ਹਾਂ। ਆਪਣੇ ਆਪ ਨੂੰ ਰੱਬ ਦੇ ਨਾਲੋਂ ਵੱਖਰਾ ਮੰਨਣਾ ਹੀ ਇੱਕ ਭਰਮ ਹੈ ਔਰ ਇਹ ਹਉਮੈ ਹੈ, ਵਖੇਵਾਂ ਕਿ ਮੈਂ ਵੱਖਰਾ ਹਾਂ। ਪਹਿਲੀ ਗੱਲ ਇਹ ਭੁਲੇਖਾ ਹੈ। ਦੂਜੀ ਗੱਲ ਕਿ ਜੇ ਸਾਨੂੰ ਹੁਕਮ ਦੀ ਸਮਝ ਆ ਜਾਏ ਨਾ, ਤਾਂ ਹੁਕਮ ਦੀ ਸਮਝ ਆਉਣ ਤੋਂ ਬਾਅਦ ਬੰਦਾ ਹਉਮੈ ਨਹੀਂ ਕਹੇਗਾ, ਇਹ ਨਹੀਂ ਕਹੇਗਾ ਕਿ ਮੈਂ ਹੁਕਮ ਤੋਂ ਬਾਹਰ ਵੀ ਕੁਝ ਕਰ ਸਕਦਾ ਹਾਂ। ਜੋ ਕੁਦਰਤ ਦੇ ਨਿਯਮ ਨੇ, ਲਾ ਆਫ ਨੇਚਰ ਹੈ ਜਾਂ ਲਾ ਆਫ ਫਿਜ਼ਿਕਸ, ਜਿਵੇਂ ਵੀਰ ਜੀ ਕਹਿੰਦੇ ਹੁੰਦੇ ਨੇ ਕਿ ਇਹਨਾਂ ਤੋਂ ਬਾਹਰ ਵੀ ਮੈਂ ਕੁਝ ਕਰ ਸਕਦਾ ਹਾਂ, ਤਾਂ ਇਹਨਾਂ ਤੋਂ ਬਾਹਰ ਤਾਂ ਕੁਝ ਕੀਤਾ ਨਹੀਂ ਜਾ ਸਕਦਾ। ਦੂਜੀ ਗੱਲ ਤੇ ਤੀਜੀ ਗੱਲ ਇਹ ਹੈ ਕਿ ਬੰਦਾ ਫਿਰ ਮੈਂ ਦੇ ਵਿੱਚ ਨਹੀਂ ਫਸੇਗਾ, ਸਵਾਰਥੀ ਨਹੀਂ ਹੋਏਗਾ ਕਿ ਹਰ ਸ਼ੈ ਮੈਨੂੰ ਹੀ ਚਾਹੀਦੀ ਹੈ, ਬਾਕੀ ਦੇ ਭਾਵੇਂ ਪਹਾੜ 'ਚ ਪੈਣ, ਬਾਕੀ ਦੇ ਖੂਹ ਖਾਤੇ ਪੈਣ, ਉਹਦੇ ਅੰਦਰ ਇਹ ਬਿਰਤੀ ਨਹੀਂ ਹੋਏਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਉਹਦੀ ਜ਼ਿੰਦਗੀ ਚੋਂ ਹਉਮੈ ਖਤਮ ਹੋ ਜਾਂਦੀ ਹੈ,
ਉਹਦੇ ਜੀਵਨ ਚੋਂ ਸਵਾਰਥ ਮੁੱਕ ਜਾਂਦਾ ਹੈ। ਉਹ ਰੱਬੀ ਰਜ਼ਾ ਪਾਣੇ ਨੂੰ ਸਮਝਦਾ ਹੈ ਔਰ ਰੱਬੀ ਰਜ਼ਾ ਪਾਣੇ ਮੁਤਾਬਕ ਜ਼ਿੰਦਗੀ ਬਤੀਤ ਕਰਦਾ ਹੈ। ਤੇ ਜੇ ਜਿਹੜੀ ਅੱਗ ਹੈ ਨਾ ਹਉਮੈ ਦੀ, ਉਹ ਬੁਝ ਜਾਂਦੀ ਹੈ। ਨਾ ਤੇ ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਰਹਿੰਦਾ ਹੈ, ਨਾ ਉਹਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਰਹਿੰਦਾ ਹੈ। ਗੁਰੂ ਜੀ ਬਾਣੀ ਵਿੱਚ ਕਿਤੇ ਹਉਮੈ ਨੂੰ ਅੱਗ ਕਹਿ ਰਹੇ ਨੇ, ਕਿਤੇ ਕੰਡਾ ਕਹਿੰਦੇ ਨੇ। ਗੱਲ ਤਾਂ ਦੁੱਖ ਦੀ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਸਾਕਤ ਜੋ ਰੱਬ ਨਾਲੋਂ ਟੁੱਟਿਆ ਹੈ, ਰੱਬੀ ਹੁਕਮ ਨਾਲੋਂ ਟੁੱਟਿਆ ਹੈ, ਹਉਮੈ ਦਾ ਕੰਡਾ ਉਹਦੀ ਸੁਰਤ ਦੇ ਅੰਦਰ ਹੈ। ਜਿਵੇਂ ਜਿਵੇਂ ਸਮਾਜ ਦੇ ਅੰਦਰ ਵਿਚਰਦਾ ਹੈ, ਜੀਵਨ ਜੀਂਦਾ ਹੈ, ਤਿਵੇਂ ਤਿਵੇਂ ਉਹਨੂੰ ਹਉਮੈ ਦਾ ਕੰਡਾ ਥਾਂ ਥਾਂ ਤੇ ਚੁਭਦਾ ਹੈ ਔਰ ਉਹ ਦੁਖੀ ਹੁੰਦਾ ਹੈ। ਲੇਕਿਨ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹਦੀ ਜ਼ਿੰਦਗੀ ਚੋਂ ਇਹ ਹਉਮੈ ਦੀ ਅੱਗ, ਹਉਮੈ ਦਾ ਕੰਡਾ, ਜੋ ਦੁਖਦਾਈ ਹਉਮੈ ਹੈ, ਉਹ ਖਤਮ ਹੋ ਜਾਂਦੀ ਹੈ। ਹੁਣ ਫਿਰ ਅਗਲੇ ਸਵਾਲ ਨਾਲ ਕਰ ਰਹੇ ਨੇ, ਮੈਣ ਕੇ ਦੰਤ ਕਿਉਂ ਖਾਈਐ ਸਾਰ। ਮੈਣ ਦਾ ਮਤਲਬ ਹੈ ਮੋਮ, ਸਾਰ ਦਾ ਮਤਲਬ ਲੋਹਾ। ਦੰਦ ਲੋਹੇ, ਇਹ ਦੰਦ ਹੋਣ ਮੋਮ ਦੇ, ਤੇ ਮੋਮ ਦੇ ਦੰਦਾਂ ਦੇ ਨਾਲ ਬੰਦਾ ਲੋਹਾ ਕਿਵੇਂ ਖਾ ਸਕਦਾ? ਲੋਹੇ ਨੂੰ ਖਾਣਾ ਤੇ ਵੈਸੇ ਹੀ ਔਖਾ, ਲੋਹਾ ਬੰਦਾ ਨਹੀਂ ਨਾ ਖਾ ਸਕਦਾ। ਜੇ ਕਿਸੇ ਨੂੰ ਕੋਈ ਪਿਆ ਸਰੀਆ ਖਾ ਲੈ ਕਿਲੋ, ਤਾਂ ਖਾ ਨਹੀਂ ਨਾ ਸਕਦਾ। ਤੇ ਉਹ ਵੀ ਜੇ ਦੰਦ ਵੀ ਹੋਣ ਮੋਮ ਦੇ, ਤੇ ਮੋਮ ਦੇ ਦੰਦਾਂ ਨਾਲ ਲੋਹਾ ਖਾਣਾ, ਤਾਂ ਸਵਾਲ ਰੱਖ ਰਹੇ ਨੇ ਕਿ ਮੋਮ ਦੇ ਦੰਦਾਂ ਦੇ ਨਾਲ, ਮੋਮ ਦੇ ਦੰਦਾਂ ਦੇ ਨਾਲ ਲੋਹਾ ਕਿਵੇਂ ਖਾਧਾ ਜਾਏ? ਇਹ ਸਵਾਲ ਹੈ। ਜਿਤ ਗਰਭ ਜਾਏ ਸੋ ਕਮਣ ਆਹਾਰ। ਇਹਨੂੰ ਆਹਾਰ ਨਹੀਂ ਪੜਨਾ, ਐੜੇ ਦੇ ਨਾਲ ਵੀ ਕਰਨਾ ਹੈ, ਆਹਾਰ ਬੋਲਣਾ ਹੈ। ਜਿਤ ਗਰਭ ਜਾਏ ਸੋ ਕਮਣ ਆਹਾਰ। ਗਰਭ ਦਾ ਮਤਲਬ ਅਹੰਕਾਰ। ਉਹ ਕਿਹੜਾ ਖਾਣਾ ਹੈ, ਉਹ ਕਿਹੜਾ ਭੋਜਨ ਹੈ ਜਿਸ ਦੇ ਨਾਲ ਬੰਦੇ ਦੇ ਮਨ ਚੋਂ ਅਹੰਕਾਰ ਦੂਰ ਹੋ ਜਾਏ, ਹਉਮੈ ਦੂਰ ਹੋ ਜਾਏ, ਇਹ ਅਹੰਕਾਰ ਤੋਂ ਬਚ ਜਾਏ। ਉਹ ਕਿਹੜਾ ਖਾਣਾ ਹੈ? ਅੱਗੇ ਕਹਿੰਦੇ ਨੇ ਹਿਵੇ ਕਾ ਘਰ ਮੰਦਰ। ਇੱਥੇ ਵਿਸ਼ਰਾਮ ਲਾਵਾਂਗੇ। ਹਿਵੇ ਕਾ ਘਰ ਮੰਦਰ, ਅਗਨ ਪਿਰਾਹਨ। ਪਿਰਾਹਨ ਦਾ ਮਤਲਬ ਹੈ ਚੋਲਾ, ਪਹਿਨਣ ਵਾਲੀ ਚੀਜ਼, ਪੈਰਾਹਨ ਚੋਲਾ। ਹਿਵ ਦਾ ਮਤਲਬ ਬਰਫ਼। ਗੁਰੂ ਜੀ ਨੂੰ ਸਵਾਲ ਪੁੱਛ ਰਹੇ ਨੇ ਕਿ ਜੇ ਬਰਫ਼ ਦਾ ਮੰਦਰ ਹੋਵੇ ਤੇ ਉਹਦੇ ਉੱਤੇ ਅੱਗ ਦਾ ਚੋਲਾ ਪਾਇਆ ਹੋਵੇ, ਇਨਸਾਨ ਬਰਫ਼ ਦੇ ਗ੍ਰਹਿ ਮਹਿਲ ਅੰਦਰ ਕਿਸ ਤਰ੍ਹਾਂ ਵਸ ਸਕਦਾ ਹੈ? ਯਾਨੀ ਬਰਫ਼ ਦਾ ਮੰਦਰ ਹੋਵੇ ਤੇ ਉੱਤੇ ਅੱਗ ਦਾ ਚੋਲਾ ਹੋਵੇ। ਕਮਨ ਗੁਫਾ ਜਿਤ ਰਹਿ ਅਹਾਵਨ। ਅਹਾਵਨ ਦਾ ਅਰਥ ਹੈ ਅਡੋਲ, ਕਿ ਬੰਦੇ ਦਾ ਮਨ ਡੋਲੇ ਨਾ। ਉਹ ਕਿਹੜੀ ਗੁਫਾ ਹੈ ਜਿਹੜੀ ਗੁਫਾ ਦੇ ਅੰਦਰ ਬੰਦਾ ਟਿਕਿਆ ਰਹੇ, ਹਮੇਸ਼ਾ ਟਿਕਿਆ ਰਹੇ, ਉਹਨੂੰ ਬਾਹਰ ਜਾਣ ਦੀ ਲੋੜ ਨਾ ਪਵੇ? ਕੋਈ ਐਸੀ ਗੁਫਾ ਹੈ ਜਿੱਥੇ ਬੰਦਾ ਸਦਾ ਟਿਕਿਆ ਰਹੇ? ਇਤ ਉਤ ਕਿਸ ਕੋ ਜਾਣ ਸਮਾਵੇ। ਇਤ ਉਤ ਦਾ ਮਤਲਬ ਇੱਥੇ ਉੱਥੇ, ਯਾਨੀ ਹਰ ਥਾਂ ਤੇ, ਇੱਥੇ ਵੀ ਉੱਥੇ ਵੀ। ਇਤ ਉਤ ਦਾ ਇਕੱਠਾ ਅਰਥ ਹੈ ਹਰ ਥਾਂ ਤੇ। ਇਤ ਉਤ ਕਿਸ ਕੋ ਜਾਣ ਸਮਾਵੇ, ਤਾਂ ਹਰ ਥਾਂ ਕਿਸ ਨੂੰ ਪਛਾਣ ਕੇ ਉਹਦੇ ਵਿੱਚ ਬੰਦਾ ਲੀਨ ਰਹੇ। ਇਤ ਉਤ ਕਿਸ ਕੋ ਜਾਣ ਸਮਾਵੇ, ਇੱਥੇ ਉੱਥੇ ਹਰ ਥਾਂ ਤੇ ਕਿਹਨੂੰ ਜਾਣੇ ਤੇ ਜਾਣ ਕੇ ਤੇ ਉਹਦੇ ਅੰਦਰ ਸਮਾਇਆ ਰਹੇ, ਉਹਦੇ ਅੰਦਰ ਸੁਰਤ ਜੋੜੀ ਰੱਖੇ। ਕਮਨ ਧਿਆਨ ਮਨ ਮਨਹਿ ਸਮਾਵੇ। ਮਨਹਿ ਦਾ ਮਤਲਬ ਮਨ ਵਿੱਚ, ਧਿਆਨ ਦਾ ਮਤਲਬ ਹੈ ਸੁਰਤ ਦਾ ਨਿਸ਼ਾਨਾ। ਮਨ ਨੂੰ ਇੱਕ ਟਿਕਾਣੇ ਰੱਖਣ ਵਾਸਤੇ ਟਿਕਵਾਂ ਵਜਵਾਂ ਖਿਆਲ, ਧਿਆਨ, ਸੁਰਤ, ਕਿ ਮਨ ਨੂੰ ਇੱਕੋ ਥਾਂ ਦੇ ਉੱਤੇ ਟਿਕਾਣ ਦਾ ਜਿਹੜਾ ਵਜਵਾਂ ਧਿਆਨ ਹੈ ਨਾ, ਕਿ ਮਨ ਇੱਕ ਥਾਂ ਤੇ ਟਿਕਿਆ ਰਹੇ, ਹੋਰ ਕੁਛ ਅੰਦਰ ਵਿਚਾਰ ਹੀ ਨਾ ਆਏ, ਇੱਕ ਹੀ ਵਿਚਾਰ ਰਹੇ, ਇੱਕੋ ਥਾਂ ਤੇ ਟਿਕਿਆ ਰਹੇ। ਤਾਂ ਉਹ ਕਿਹੜਾ ਟਿਕਵਾਂ ਵਜਵਾਂ ਖਿਆਲ ਹੈ ਜਿਸ ਕਰਕੇ ਮਨ ਅੰਦਰ ਹੀ ਟਿਕਿਆ ਰਹੇ, ਜਿਸ ਕਰਕੇ ਮਨ ਭਟਕੇ ਨਾ, ਮਨ ਡੋਲੇ ਨਾ? ਉਹ ਕਿਹੜਾ ਧਿਆਨ ਹੈ, ਉਹ ਕਿਹੜਾ ਵਜਵਾਂ ਖਿਆਲ ਹੈ ਕਿ ਮਨ ਟਿਕਿਆ ਰਹੇ? ਬੜੇ ਕੀਮਤੀ ਸਵਾਲ ਨੇ। ਤਾਂ ਹੁਣ ਗੁਰੂ ਸਾਹਿਬ ਜੀ ਕਹਿ ਰਹੇ ਨੇ, ਹਉ ਮੈਂ ਵਿੱਚੋਂ ਖੋਵੈ। ਜੋ ਮਨੁੱਖ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦਾ ਹੈ ਨਾ, ਉਹ ਆਪਣੇ ਅੰਦਰੋਂ ਹਉ ਮੈਂ ਖੋ ਲੈਂਦਾ ਹੈ। ਹਉ ਮੈਂ ਦਾ ਮਤਲਬ ਹੈ ਖੁਦਗਰਜੀ। ਮੈਂ ਦਾ ਮਤਲਬ ਖੁਦਗਰਜੀ ਹੈ। ਔਰ ਇਸ ਦੁਨੀਆ ਦੇ ਅੰਦਰ ਜੋ ਖੁਦਗਰਜੀ ਹੈ ਨਾ, ਇਹ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਖੁਦਗਰਜੀ ਦਾ ਮਤਲਬ ਮੇਰੀਆਂ ਗਰਜ਼ਾਂ ਪੂਰੀਆਂ ਹੋ ਜਾਣ, ਬਾਕੀ ਦੀਆਂ
ਜਿੱਥੇ ਮਰਜ਼ੀ ਜਾਣ, ਕੋਈ ਜੀਵੇ ਕੋਈ ਮਰੇ, ਮੈਨੂੰ ਕੋਈ ਮਤਲਬ ਨਹੀਂ, ਮੈਨੂੰ ਖੁਸ਼ੀ ਮਿਲ ਜਾਏ, ਮੈਨੂੰ ਸਾਰੇ ਸੁੱਖ ਮਿਲ ਜਾਣ। ਖੁਦ ਗਰਜ਼ ਹੈ ਨਾ ਬੰਦਾ, ਆਪਣੀਆਂ ਗਰਜ਼ਾਂ ਨੂੰ ਮੁੱਖ ਰੱਖਦਾ ਹੈ। ਜੇ ਮੈਨੂੰ ਗਰਜ਼ ਹੈ ਤਾਂ ਮੈਂ ਤੁਹਾਨੂੰ ਜੀ ਕਰ ਲਵਾਂਗਾ, ਮੇਰੀ ਗਰਜ਼ ਪੂਰੀ ਹੋ ਗਈ ਤਾਂ ਮੈਨੂੰ ਫਿਰ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੈ। ਗਰਜ਼ ਕਰਕੇ ਬੰਦਾ ਜੁੜਦਾ ਹੈ, ਆਪਣੀਆਂ ਗਰਜ਼ਾਂ ਪੂਰੀਆਂ ਕਰਦਾ ਹੈ, ਆਪਣੇ ਸਵਾਰਥ ਪੂਰੇ ਕਰਦਾ ਹੈ। ਤੇ ਆਪਣੀਆਂ ਗਰਜ਼ਾਂ, ਆਪਣੀਆਂ ਲੋੜਾਂ, ਆਪਣੇ ਸਵਾਰਥ ਪੂਰੇ ਕਰਨ ਵਾਸਤੇ ਕਿੰਨੇ ਲੋਕ ਨੇ ਜੋ ਦੂਜਿਆਂ ਨੂੰ ਦੁੱਖ ਦਿੰਦੇ ਨੇ, ਆਪਣੀ ਇੱਜ਼ਤ ਵਾਸਤੇ ਦੂਜਿਆਂ ਨੂੰ ਬੇਇੱਜ਼ਤ ਕਰਦੇ ਨੇ, ਆਪਣੀਆਂ ਖੁਸ਼ੀਆਂ ਵਾਸਤੇ ਦੂਜਿਆਂ ਦੀਆਂ ਜਿੰਦਾਂ ਦੇ ਅੰਦਰ ਚਿੰਤਾਵਾਂ ਦੇ ਨੱਕੇ ਮੋੜ ਦਿੰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਉਮੈ ਔਰ ਗਰਜ਼ ਨੂੰ ਬੰਦਾ ਆਪਣੇ ਅੰਦਰੋਂ ਖੋਹ ਲਵੇ, ਖਤਮ ਕਰ ਲਵੇ। ਦੂਜਾ ਮਿਟੈ ਏਕੋ ਹੋਵੇ, ਵਿਤਕਰਾ ਮਿਟਾ ਦੇਵੇ। ਏਕੋ ਹੋਵੇ ਦਾ ਮਤਲਬ ਸਾਰਿਆਂ ਦੇ ਨਾਲ ਇੱਕੋ ਜਿਹੀ ਸਾਂਝ ਪਾਏ, ਸਾਰਿਆਂ ਦੇ ਨਾਲ ਵਿਤਕਰੇ ਮਿਟਾ ਦੇਵੇ। ਦੂਜਾ ਦਾ ਮਤਲਬ ਵਿਤਕਰੇ, ਅਸੀਂ ਆਪਣੇ ਬੱਚਿਆਂ ਨਾਲ ਵਿਹਾਰ ਹੋਰ ਕਰਦੇ ਹਾਂ, ਦੂਜਿਆਂ ਨਾਲ ਹੋਰ, ਆਪਣੇ ਵਾਸਤੇ ਹੋਰ ਤਰ੍ਹਾਂ ਸੋਚਦੇ ਹਾਂ, ਦੂਜਿਆਂ ਵਾਸਤੇ ਹੋਰ ਤਰ੍ਹਾਂ ਸੋਚਦੇ ਹਾਂ। ਅਸੀਂ ਚਾਹੁੰਦੇ ਹਾਂ ਸਾਨੂੰ ਸਾਰੇ ਲੋਕ ਪਿਆਰ ਨਾਲ ਬੁਲਾਉਣ, ਸਾਨੂੰ ਇੱਜ਼ਤ ਦੇਣ, ਮਾਣ ਦੇਣ, ਜੀ ਕਰਕੇ ਬੁਲਾਉਣ। ਹਰ ਬੰਦਾ ਸੋਚਦਾ ਨਾ, ਲੇਕਿਨ ਆਪ ਇਹ ਦੂਜਿਆਂ ਨੂੰ ਮਾਣ ਨਹੀਂ ਦਿੰਦਾ, ਆਪ ਦੂਜਿਆਂ ਨੂੰ ਸਤਿਕਾਰ ਨਹੀਂ ਦਿੰਦਾ, ਆਪ ਕਿਸੇ ਨੂੰ ਜੀ ਨਹੀਂ ਕਰਦਾ, ਆਪ ਕਿਸੇ ਨੂੰ ਪਹਿਲੋਂ ਫਤਿਹ ਬੁਲਾ ਕੇ ਰਾਜੀ ਨਹੀਂ। ਇਸੇ ਨੂੰ ਦੂਜਾ ਕਹਿੰਦੇ ਨੇ ਵਿਤਕਰਾ। ਆਪਣੇ ਨਾਲ ਵਿਹਾਰ ਹੋਰ ਹੈ, ਦੂਜਿਆਂ ਨਾਲ ਵਿਹਾਰ ਹੋਰ ਹੈ। ਆਪਣੇ ਧੀ ਭੈਣ ਨੂੰ ਹੋਰ ਨਜ਼ਰ ਨਾਲ ਤੱਕਦਾ ਹੈ, ਦੂਜੇ ਦੀ ਧੀ ਭੈਣ ਨੂੰ ਹੋਰ ਨਜ਼ਰ ਨਾਲ। ਆਪਣੇ ਬੱਚਿਆਂ ਵਾਸਤੇ ਹੋਰ ਸੋਚਦਾ ਹੈ, ਦੂਜਿਆਂ ਵਾਸਤੇ ਹੋਰ ਸੋਚਦਾ ਹੈ। ਇਹੀ ਹੈ ਨਾ ਮੇਰ ਤੇਰ ਦੇ ਵਿਤਕਰੇ। ਔਰ ਇਹ ਵਿਤਕਰੇ ਇੱਥੋਂ ਤੱਕ ਹੀ ਨਹੀਂ, ਇਹ ਪਰਿਵਾਰਾਂ ਚ ਸ਼ੁਰੂ ਹੋ ਜਾਂਦੇ ਨੇ, ਉਸ ਤੋਂ ਬਾਅਦ ਇਹ ਰਿਸ਼ਤਿਆਂ ਨਾਤਿਆਂ ਵਿੱਚ ਫੈਲਦੇ ਨੇ, ਸਮਾਜ ਵਿੱਚ ਫੈਲਦੇ ਨੇ। ਤੇ ਇਹ ਵਿਤਕਰੇ ਤੁਸੀਂ ਆਮ ਧਰਮਾਂ ਦੇ ਵਿੱਚ ਵੀ ਵੇਖ ਲੋਗੇ। ਇੱਕ ਧਰਮ ਦੂਜੇ ਧਰਮ ਦੇ ਨਾਲ ਕਿਵੇਂ ਵੈਰ ਰੱਖਦਾ ਹੈ, ਇੱਕ ਹੀ ਧਰਮ ਦੇ ਬੰਦੇ ਇੱਕੋ ਹੀ ਧਰਮ ਦੇ ਅੰਦਰ ਵੱਖਰੀਆਂ ਸੰਸਥਾਵਾਂ ਬਣਾ ਕਿਵੇਂ ਇੱਕ ਦੂਜੇ ਦੇ ਨਾਲ ਵੈਰ ਰੱਖਦੇ ਨੇ। ਤਾਂ ਇਹ ਵਿਤਕਰੇ ਤੇ ਹੈ ਨੇ ਸਾਰੇ। ਗੁਰੂ ਜੀ ਕਹਿੰਦੇ ਨੇ ਅਸਲੀ ਜੋ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ, ਜੋ ਸੁਖ ਸ਼ਾਂਤੀ ਚਾਹੁੰਦਾ ਹੈ, ਉਹ ਆਪਣੇ ਵਿੱਚੋਂ ਸਵਾਰਥ ਖਤਮ ਕਰੇ, ਦ્વੈਤ ਖਤਮ ਕਰੇ, ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰੇ। ਜਗ ਕਰੜਾ ਮਨਮੁਖ ਗਵਾਰ, ਜਗ ਕਰੜਾ ਮਨਮੁਖ ਗਵਾਰ, ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ। ਮਨਮੁਖ ਦਾ ਮਤਲਬ ਆਪ ਖੁਦਰਾ, ਗਵਾਰ ਦਾ ਮਤਲਬ ਮੂਰਖ, ਕਰੜਾ ਦਾ ਮਤਲਬ ਉਹਦੇ ਵਾਸਤੇ ਸੰਸਾਰ ਬੜਾ ਕਰੜਾ ਹੈ, ਜ਼ਿੰਦਗੀ ਬੜੀ ਕਰੜੀ ਹੈ, ਯਾਨੀ ਦੁਖਦਾਈ ਹੈ। ਕਰੜਾ ਦਾ ਮਤਲਬ ਦੁੱਖਾਂ ਦੀ ਖਾਣ। ਜਿਹੜਾ ਆਪ ਖੁਦਰਾ ਬੰਦਾ ਹੈ ਨਾ, ਮਨਮੁਖ ਹੈ, ਉਹਦੇ ਵਾਸਤੇ ਇਹ ਜਗਤ, ਇਹ ਜ਼ਿੰਦਗੀ ਬੜੀ ਕਠਨ ਹੈ। ਕਠਨ ਦਾ ਕਰੜਾ ਦਾ ਮਤਲਬ ਦੁਖਦਾਈ ਹੈ। ਜਿਹੜਾ ਆਪ ਖੁਦਰਾ ਹੈ, ਮਨਮੁਖ ਹੈ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਇੱਕ ਤੇ ਉਹ ਨੇ ਜੋ ਲਾ ਆਫ ਨੇਚਰ ਨੂੰ ਫੋਲੋ ਕਰਦੇ ਨੇ, ਰੱਬੀ ਰਜ਼ਾ ਵਿੱਚ ਰਹਿੰਦੇ ਨੇ, ਗੁਰਬਾਣੀ ਅਨੁਸਾਰ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ, ਗਿਆਨ ਦੀ ਸਹੀ ਵਰਤੋਂ ਕਰਦੇ ਨੇ, ਜੋ ਮਨ ਬਚਨ ਕਰਮ ਕਰਕੇ ਸੱਚੇ ਸਚਿਆਰ ਨੇ। ਇੱਕ ਤਾਂ ਉਹ ਲੋਕ ਨੇ, ਉਹ ਆਪ ਵੀ ਸੁਖੀ ਨੇ, ਉਹ ਦੂਜਿਆਂ ਨੂੰ ਵੀ ਦੁੱਖ ਨਹੀਂ ਦੇਣਗੇ। ਇੱਕ ਨੇ ਆਪ ਖੁਦਰੇ ਲੋਕ, ਜਿਨ੍ਹਾਂ ਨੇ ਗਿਆਨ ਦੀ ਗਲਤ ਵਰਤੋਂ ਕਰਨੀ ਹੈ, ਕਿਸੇ ਵੱਡੇ ਛੋਟੇ ਦੀ ਉਹਨਾਂ ਨੂੰ ਕਦਰ ਨਹੀਂ, ਕਿਸੇ ਦਾ ਮਾਣ ਆਦਰ ਦੀ ਚਿੰਤਾ ਨਹੀਂ ਹੈ, ਆਪਣੇ ਪਰਾਏ ਦੇ ਜਿਨ੍ਹਾਂ ਵਿੱਚ ਕੋਈ ਭੇਦ ਨਹੀਂ, ਮਾੜਾ ਹੀ ਕਰਨਾ ਉਹਨਾਂ ਨੇ ਸਾਰਿਆਂ ਦਾ। ਉਹ ਟ੍ਰੈਫਿਕ ਦੇ ਨਿਯਮਾਂ ਨੂੰ ਵੀ ਤੋੜਨਗੇ, ਸਮਾਜ ਦੇ ਨਿਯਮਾਂ ਨੂੰ ਵੀ ਤੋੜਨਗੇ, ਧਰਮ ਦੇ ਨਿਯਮਾਂ ਨੂੰ ਵੀ ਤੋੜਨਗੇ, ਕੁਦਰਤ ਦੇ ਨਿਯਮਾਂ ਨੂੰ ਵੀ ਤੋੜਨਗੇ। ਆਪ ਖੁਦਰੇ, ਜਿਨ੍ਹਾਂ ਨੂੰ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਇੱਕ ਮਿਸਾਲ ਦਿੱਤੀ ਹੈ ਨਾ, ਮਾਤਾ ਭੈਂਸਾ ਅਮੂਹਾਂ ਜਾਏ, ਕੁੱਦ ਚਰੇ ਰਸਾਤਲ ਪਾਏ। ਜਿਵੇਂ ਸਿਆਲ ਦੇ ਵਿੱਚ ਵੇਖਿਆ ਹੋਵੇਗਾ ਤੁਸੀਂ, ਇੰਡੀਆ ਅੰਦਰ ਝੂਟੇ ਥੋੜਾ ਕੰਮ ਘੱਟ ਹੁੰਦਾ ਹੈ ਤੇ ਪੱਠੇ ਜ਼ਿਆਦਾ ਮਿਲਦੇ ਨੇ, ਉਹ ਫਿਰ ਤੂੜੀ ਦੇ ਕੁੱਪਾਂ ਵਿੱਚ ਸਿੰਗ ਮਾਰਦੇ ਫਿਰਦੇ ਨੇ, ਰੂੜੀਆਂ 'ਚ ਸਿੰਗ ਮਾਰਦੇ ਨੇ, ਖਿੱਚੇਗਾ ਇਧਰ ਮਾਲਕ, ਜਾਣਗੇ ਦੂਜੇ ਪਾਸੇ। ਐਵੇਂ ਦੇ ਜਿਹੜੇ ਇਨਸਾਨ ਨੇ, ਉਹਨਾਂ ਵਾਸਤੇ ਇਹ ਜਗ ਦੁਖਦਾਈ ਹੈ। ਉਹ ਆਪ ਵੀ ਦੁਖੀ ਨੇ ਔਰ ਉਹ ਆਪਣੇ ਪਰਿਵਾਰਾਂ ਵਿੱਚ ਵੀ, ਸਮਾਜ ਵਿੱਚ ਵੀ ਦੁੱਖ ਪੈਦਾ ਕਰ ਲੈਂਦੇ ਨੇ, ਕਿਉਂਕਿ ਮਨਮੁਖਤਾ ਕਰਕੇ, ਆਪ ਖੁਦਰੇਪਨ ਕਰਕੇ। ਇਸ ਲਈ ਜੋਗੀ ਜਨੋ, ਜੋ ਮਨਮੁਖ ਹੈ, ਜੋ ਰੱਬੀ ਰਜ਼ਾ ਦੇ ਅੰਦਰ ਨਹੀਂ ਚੱਲਦਾ, ਉਹਦੇ ਵਾਸਤੇ ਇਹ ਜੀਵਨ ਦੁਖਦਾਈ ਹੈ। ਭਾਵੇਂ ਉਹ ਜੋਗੀ ਬਣ ਕੇ ਜੰਗਲਾਂ ਵਿੱਚ ਫਿਰੇ ਜਾਂ ਗ੍ਰਸਤੀ ਰਹਿ ਕੇ ਦੁਨੀਆ ਦੇ ਵਿੱਚ ਫਿਰੇ, ਮਨਮੁਖ ਵਾਸਤੇ ਇਹ ਸੰਸਾਰ ਜਿਹੜਾ ਹੈ ਉਹ ਦੁਖਦਾਈ ਹੈ। ਸ਼ਬਦ ਕਮਾਈਏ ਖਾਈਏ ਸਾਰ। ਹੁਣ ਇਹਨੂੰ, ਜਗਤ ਨੂੰ, ਜੋ ਜੀਵਨ ਹੈ, ਉਹਨੂੰ ਲੋਹਾ ਕਹਿ ਰਹੇ ਨੇ ਦੁੱਖਾਂ ਨੂੰ।
ਦੁੱਖ ਨੇ ਨਾ ਜ਼ਿੰਦਗੀ ਦੇ ਅੰਦਰ, ਤੇ ਗੁਰੂ ਜੀ ਕਹਿੰਦੇ ਨੇ ਸ਼ਬਦ ਕਮਾਈ ਹੈ। ਜੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਜਾਏ, ਮਤਲਬ ਗੁਰੂ ਦੇ ਗਿਆਨ ਮੁਤਾਬਕ ਚੱਲਿਆ ਜਾਏ। ਸ਼ਬਦ ਕਮਾਈਏ ਦਾ ਮਤਲਬ ਇਹ ਨਹੀਂ ਕਿ ਇੱਕ ਸ਼ਬਦ ਨੂੰ ਬਾਰ-ਬਾਰ ਪੜ੍ਹੀ ਜਾਓ ਕਿ ਮੈਂ ਇੰਨੀ ਵਾਰੀ ਪੜ੍ਹ ਲਿਆ ਹੈ, ਜਿਵੇਂ ਕਹਿੰਦੇ ਨੇ ਬਾਬਾ ਜੀ ਬੜੀ ਕਮਾਈ ਵਾਲੇ ਨੇ। ਉਹ ਕਮਾਈ ਦੀ ਇੱਥੇ ਗੱਲ ਨਹੀਂ ਹੈ। ਇੱਥੇ ਕਮਾਈ ਦਾ ਮਤਲਬ ਹੈ ਗੁਰੂ ਦੇ ਗਿਆਨ ਨੂੰ ਇੰਪਲੀਮੈਂਟ ਕਰਨਾ ਹੈ ਜ਼ਿੰਦਗੀ ਵਿੱਚ। ਕਿਉਂਕਿ ਸਾਨੂੰ ਇਹਨਾਂ ਦੋ ਚਾਰ ਜਿਹੜੀਆਂ ਸਾਡੀਆਂ ਵਰਡਿੰਗ ਨੇ, ਇਹਨਾਂ ਨੇ ਕਾਫੀ ਕਨਫਿਊਜ਼ਨ ਪੈਦਾ ਕੀਤਾ ਹੈ ਕਿ ਫਲਾਂ ਬਾਬਾ ਜੀ ਜਾਂ ਮਹਾਂਪੁਰਸ਼ ਜਿਹੜੇ ਨੇ ਬੜੇ ਕਮਾਈ ਵਾਲੇ ਨੇ, ਵੀ ਸਾਰਾ ਦਿਨ ਮੰਜੇ ਤੇ ਨੇ, ਕੰਮ ਤੇ ਕਰਦੇ ਨਹੀਂ, ਕਮਾਈ ਕਾਦੀ ਹੈ, ਜਾਂ ਬੜੇ ਜੀਵਨ ਵਾਲੇ ਨੇ, ਉੱਚੀ ਅਵਸਥਾ ਹੈ। ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਉੱਚੀ ਅਵਸਥਾ ਦਾ ਮਤਲਬ ਸੋਚ ਹੈ, ਸਾਡੀ ਮੈਂਟੈਲਿਟੀ ਮਹਾਨ ਹੋਣੀ ਚਾਹੀਦੀ ਹੈ। ਤੇ ਕਮਾਈ ਦਾ ਮਤਲਬ ਇੱਥੇ ਹੈ ਇਹ ਜੋ ਗੁਣ ਅਸੀਂ ਬਿਆਨ ਕਰ ਰਹੇ ਹਾਂ ਪਾਵਨ ਬਾਣੀ ਰਾਹੀਂ, ਗੁਰੂ ਜੀ ਨੇ ਜੋ ਦੱਸੇ ਨੇ, ਸਿੱਧਾਂ ਨੂੰ ਦੱਸ ਰਹੇ ਨੇ, ਸਾਨੂੰ ਦੱਸ ਰਹੇ ਨੇ, ਸਾਰੇ ਜਗਤ ਵਾਸਤੇ ਉਪਦੇਸ਼ ਕਰ ਰਹੇ ਨੇ। ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਨਾ, ਜ਼ਿੰਦਗੀ ਜੀਣੀ, ਇਹਨੂੰ ਕਮਾਈ ਕਹਿੰਦੇ ਨੇ। ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦਾ ਜੋ ਗਿਆਨ ਹੈ ਉਹਨੂੰ ਪ੍ਰੈਕਟੀਕਲ ਕਰਨਾ। ਜਿਵੇਂ ਅਸੀਂ ਸਮਝ ਸਕਦੇ ਹਾਂ ਇਸ ਗੱਲ ਨੂੰ ਕਿ ਅਸੀਂ ਯੂਕੇ ਦੇ ਵਿੱਚ ਜੇ ਡਰਾਈਵਿੰਗ ਪਾਸ ਕਰਨੀ ਹੈ ਤਾਂ ਪਹਿਲਾਂ ਥਿਊਰੀ ਪੜ੍ਹਨੀ ਪੈਂਦੀ ਹੈ ਨਾ। ਥਿਊਰੀ ਟੈਸਟ ਪਾਸ ਕਰੋ, ਉਸ ਤੋਂ ਬਾਅਦ ਤੁਸੀਂ ਪ੍ਰੈਕਟੀਕਲ ਕਰ ਸਕਦੇ ਹੋ। ਫਿਰ ਲੈਸਨ ਲਓ, ਫਿਰ ਪ੍ਰੈਕਟੀਕਲ ਪਾਸ ਕਰੋ, ਤਾਂ ਤੁਸੀਂ ਪਾਸ ਹੋਗੇ। ਜੇ ਫਿਜ਼ਿਕਸ ਜਾਂ ਕੈਮਿਸਟਰੀ ਵਗੈਰਾ ਨੇ, ਉਹਨਾਂ ਵਿੱਚ ਪਹਿਲਾਂ ਥਿਊਰੀ ਪੜ੍ਹਾਈ ਜਾਂਦੀ ਹੈ, ਥਿਊਰੀ ਤੋਂ ਬਾਅਦ ਫਿਰ ਪ੍ਰੈਕਟੀਕਲ ਕਰਨਾ ਸਿਖਾਇਆ ਜਾਂਦਾ ਹੈ। ਤਾਂ ਪ੍ਰੈਕਟੀਕਲ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ ਨਾ ਹੋਏਗਾ। ਜੇ ਹੁਣ ਅਸੀਂ ਇਹ ਕਹੀ ਜਾਈਏ ਕਿ ਪੈਲੀ ਵਿੱਚ ਹਲ ਵਾਇਆ, ਕਣਕ ਬੀਜਿਆ, ਕਣਕ ਬੜੀ ਹੁੰਦੀ ਹੈ, ਇਹ ਗੱਲ ਕਹਿਣ ਨਾਲ ਕਣਕ ਨਹੀਂ ਨਾ ਹੋ ਜਾਣੀ। ਪੈਲੀ ਵਾਹਣੀ ਪਵੇਗੀ, ਹਲ ਚਲਾਣਾ ਹੋਵੇਗਾ, ਬੀਜ ਪਾਣਾ ਹੋਵੇਗਾ, ਉਹਨੂੰ ਗੋਡਣਾ, ਖਾਦ ਪਾਣੀ ਸਾਰਾ ਕਰਨਾ ਪਵੇਗਾ, ਤਾਂ ਹੀ ਹੈ ਨਾ। ਕਿ ਆਟਾ ਗੁੰਨ ਕੇ, ਪੇੜੇ ਕਰਕੇ, ਰੋਟੀਆਂ ਵੇਲ ਕੇ ਤੇ ਗੈਸ ਦੇ ਉੱਤੇ ਤਵਾ ਰੱਖ ਕੇ ਅੱਗ ਬਾਲ ਕੇ ਰੋਟੀ ਪਾਇਆ, ਰੋਟੀ ਪੱਕ ਜਾਂਦੀ ਹੈ। ਗੱਲ ਤਾਂ ਬਿਲਕੁਲ ਠੀਕ ਹੈ, ਪਰ ਜੇ ਇਸ ਚੀਜ਼ ਨੂੰ ਪੜ੍ਹੀ ਜਾਓ, ਇਹ ਚੀਜ਼ ਨੂੰ ਬੋਲੀ ਜਾਓ ਕਿ ਆਟਾ ਗੁੰਨ ਕੇ, ਪੇੜੇ ਕਰਕੇ, ਪੇੜਾ ਵੇਲ ਕੇ, ਤਵੇ ਤੇ ਪਾ ਕੇ, ਅੱਗ ਬਾਲਿਆ, ਰੋਟੀ ਪੱਕ ਜਾਂਦੀ ਹੈ, ਤਾਂ ਪੱਕੇਗੀ ਥੋੜਾ। ਪ੍ਰੈਕਟੀਕਲ ਕਰਨਾ ਪਵੇਗਾ ਨਾ। ਇਹਨੂੰ ਕਹਿੰਦੇ ਨੇ ਕਮਾਈ ਕਰਨਾ, ਇੰਪਲੀਮੈਂਟ ਕਰਨਾ, ਪ੍ਰੈਕਟੀਕਲ ਕਰਨਾ। ਸ਼ਬਦ ਕਮਾਈਏ, ਜੋ ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਦਿੱਤਾ ਵੇ ਆਫ ਲਾਈਫ ਹੈ, ਗਿਆਨ ਜੋ ਹੈ, ਰੱਬੀ ਰਜਾ ਹੈ, ਉਹਦੇ ਅੰਦਰ ਜੇ ਚੱਲੀਏ ਤਾਂ ਖਾਈਏ ਸਾਰ, ਫਿਰ ਜਿਹੜਾ ਹੈ ਮੋਮ ਦੇ ਦੰਦਾਂ ਦੇ ਨਾਲ ਲੋਹਾ ਚੱਬ ਲਈਦਾ, ਫਿਰ ਸਾਰ ਖਾਧਾ ਜਾਂਦਾ, ਲੋਹਾ ਖਾਧਾ ਜਾਂਦਾ। ਯਾਨੀ ਜਿਹੜੇ ਕਰੜੇ ਕੰਮ ਨੇ ਉਹ ਆਸਾਨ ਹੋ ਜਾਂਦੇ ਨੇ, ਜਿਹੜੇ ਦੁੱਖ ਨੇ ਨਾ ਉਹ ਸੁੱਖ ਬਣ ਜਾਂਦੇ ਨੇ। ਅਸੀਂ ਆਪਣੇ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਸਕਦੇ ਹਾਂ ਜੇ ਸੋਚ ਨੂੰ ਬਦਲ ਲਈਏ। ਦੇਖੋ, ਈਗੋ ਕਰਕੇ, ਝੂਠ ਕਰਕੇ, ਜੈਲਸੀ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੁਖੀ ਕਰੀ ਬੈਠੇ ਹਾਂ ਨਾ, ਤੇ ਇਹ ਲੋਹਾ ਬਣੀ ਪਈ ਹੈ, ਜ਼ਿੰਦਗੀ ਔਖੀ ਬਣੀ ਪਈ ਹੈ। ਤੇ ਜੇ ਅਸੀਂ ਗੁਰੂ ਸ਼ਬਦ ਨੂੰ ਕਮਾਈਏ, ਮਤਲਬ ਪ੍ਰੈਕਟੀਕਲ ਕਰੀਏ, ਤਾਂ ਸਾਡੇ ਅੰਦਰ ਗੁਣ ਆ ਜਾਣਗੇ, ਤਾਂ ਜਿਹੜੇ ਸਾਡੀ ਜ਼ਿੰਦਗੀ ਦੁਖੀ ਹੋ ਸੁਖੀ ਹੋ ਜਾਏਗੀ। ਇਸੇ ਨੂੰ ਕਹਿੰਦੇ ਨੇ ਮੋਮ ਦੇ ਦੰਦਾਂ ਦੇ ਨਾਲ ਲੋਹਾ ਖਾਣਾ। ਤਾਂ ਗੁਰੂ ਜੀ ਕਹਿ ਰਹੇ ਨੇ, ਜੋਗੀ ਜਨੋ, ਇਹ ਜ਼ਿੰਦਗੀ ਸੌਖੀ ਹੋ ਸਕਦੀ ਹੈ, ਇਹ ਦੁੱਖ ਸੁੱਖਾਂ ਵਿੱਚ ਕਨਵਰਟ ਹੋ ਸਕਦੇ ਨੇ, ਸਮਾਜ ਸੁਹਾਵਣਾ ਹੋ ਸਕਦਾ ਹੈ ਜੇ ਗੁਰ ਸ਼ਬਦ ਦੀ ਕਮਾਈ ਕਰੀਏ, ਯਾਨੀ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ, ਜੇ ਰੱਬੀ ਰਜਾ ਦੇ ਅੰਦਰ ਚੱਲੀਏ, ਗੁਰਮਤ ਦੇ ਅਸੂਲਾਂ ਨੂੰ ਫੋਲੋ ਕਰੀਏ। ਇਸ ਲਈ ਸੰਸਾਰ ਨੂੰ ਤਿਆਗਣ ਦੀ ਲੋੜ ਨਹੀਂ ਹੈ, ਸਮਾਜ ਨੂੰ ਛੱਡਣ ਦੀ ਲੋੜ ਨਹੀਂ, ਗ੍ਰਸਤ ਨੂੰ ਤਿਆਗਣ ਦੀ ਲੋੜ ਨਹੀਂ, ਅਸਮਾਧੀਆਂ ਜਿਹੜੀਆਂ ਲਾਉਂਦੇ ਫਿਰਦੇ ਲੋੜ ਨਹੀਂ, ਕੰਨ ਪੜਵਾਉਣ ਦੀ ਜ਼ਰੂਰਤ ਨਹੀਂ। ਜ਼ਰੂਰਤ ਤਾਂ ਗਿਆਨ ਦੀ ਸਹੀ ਵਰਤੋਂ ਕਰਨ ਦੀ ਹੈ, ਜ਼ਰੂਰਤ ਤਾਂ ਜ਼ਿੰਦਗੀ ਨੂੰ ਠੀਕ ਢੰਗ ਦੇ ਨਾਲ ਜੀਣ ਦੀ ਹੈ, ਗੁਰੂ ਉਪਦੇਸ਼ ਮੁਤਾਬਕ। ਅੰਤਰ ਬਾਹਰ ਏਕੋ ਜਾਣੈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਦਰ ਵੀ ਔਰ ਬਾਹਰ ਵੀ ਜੇ ਇੱਕ ਨੂੰ ਸਮਝਦਾ ਹੈ, ਇੱਕ ਸੁਆਮੀ ਨੂੰ ਸਮਝਣਾ, ਆਪਣੇ ਅੰਦਰ ਵੀ ਔਰ ਬਾਹਰ ਵੀ ਇੱਕ ਸਮਝਣਾ। ਹੁਣ ਇਹ ਗੱਲ ਸਮਝਣ ਵਾਲੀ ਹੈ, ਅੰਤਰ ਬਾਹਰ ਏਕੋ ਜਾਣੈ, ਕਿ ਆਪਣੇ ਅੰਦਰ ਵੀ ਔਰ ਬਾਹਰ ਵੀ ਇੱਕ ਨੂੰ ਸਮਝੇ। ਇਹਨੂੰ ਅਸੀਂ ਥੋੜੇ ਢੰਗ ਦੇ ਨਾਲ ਸਮਝਣ ਦੀ ਟਰਾਈ ਕਰਾਂਗੇ ਕਿ ਮੇਰੇ ਅੰਦਰ ਵੀ ਇੱਕ ਹੋਵੇ ਤੇ ਬਾਹਰ ਵੀ ਇੱਕ ਹੋਵੇ, ਯਾਨੀ ਅੰਦਰ ਵੀ ਸੱਚ ਹੋਵੇ ਤੇ ਬਾਹਰ ਵੀ ਸੱਚ ਹੋਵੇ। ਅੰਦਰ ਵੀ ਯਾਨੀ ਮਨ ਬਚਨ ਕਰਨ ਕਰਕੇ ਮੈਂ ਇੱਕ ਹੋਵਾਂ, ਕਥਨੀ ਔਰ ਕਰਨੀ ਦਾ ਬੰਦਾ ਪੂਰਾ ਹੋਵੇ, ਜੋ ਕੁਛ ਉਹ ਬੋਲ ਰਿਹਾ ਹੈ ਸੱਚ ਹੀ ਬੋਲੇ, ਸੱਚ ਹੀ ਕਮਾਏ। ਪਹਿਲੀ ਗੱਲ ਤੇ ਇਹ ਹੈ। ਦੂਜੀ ਗੱਲ ਇਹ ਹੈ ਕਿ ਆਪਣੇ ਅੰਦਰ ਵੀ
ਔਰ ਬਾਹਰ ਦੂਜਿਆਂ ਦੇ ਵਿੱਚ ਵੀ ਇੱਕ ਨੂੰ ਹੀ ਵੇਖੇ। ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ। ਆਤਮਾ ਪਰਾਤਮਾ ਦਾ ਮਤਲਬ, ਆਤਮਾ ਦਾ ਮਤਲਬ ਆਪਣਾ ਆਪਾ, ਤੇ ਪਰਾਤਮਾ ਦਾ ਮਤਲਬ ਪਰਾਇਆ। ਅੰਦਰ ਦਾ ਮਤਲਬ ਮੇਰਾ ਆਪਣਾ, ਜੋ ਮੇਰੇ ਅੰਦਰ ਨੇ ਭਾਵਨਾਵਾਂ, ਤੇ ਬਾਹਰ ਦਾ ਮਤਲਬ ਤੁਹਾਡੇ ਵਿੱਚ, ਬਾਕੀ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ। ਇਹਨਾਂ ਨੂੰ ਇੱਕ ਕਰਕੇ ਸਮਝੇ ਕਿ ਜੋ ਮੇਰੀਆਂ ਭਾਵਨਾਵਾਂ ਨੇ ਉਹ ਹੀ ਭਾਵਨਾਵਾਂ ਦੂਜਿਆਂ ਦੀਆਂ ਨੇ। ਅਸੀਂ ਕੀ ਚਾਹੁੰਦੇ ਹਾਂ? ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਮੈਨੂੰ ਆਦਰ ਮਿਲੇ, ਪਿਆਰ ਮਿਲੇ, ਸਾਰੇ ਲੋਕ ਮੇਰੇ ਨਾਲ ਪਿਆਰ ਕਰਨ, ਸਤਿਕਾਰ ਕਰਨ। ਹਰ ਬੰਦਾ ਚਾਹੁੰਦਾ ਹੈ ਨਾ। ਹਰ ਬੰਦਾ ਇਹ ਵੀ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲੇ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਮੈਨੂੰ ਸੁੱਖ ਮਿਲੇ। ਇਹ ਭਾਵਨਾ ਹਰ ਇੱਕ ਦੀ ਹੈ। ਤੇ ਬੰਦਾ ਇਹ ਵੀ ਚਾਹੁੰਦਾ ਹੈ ਕਿ ਮੈਂ ਖੁਦ ਮੁਖਤਿਆਰ ਹੋਵਾਂ, ਮੈਂ ਕਿਸੇ ਦਾ ਗੁਲਾਮ ਨਾ ਹੋਵਾਂ। ਇਹ ਭਾਵਨਾਵਾਂ ਨੇ ਨਾ ਸਾਡੀਆਂ ਸਾਰਿਆਂ ਦੀਆਂ, ਮੇਰੀਆਂ ਇਹ ਭਾਵਨਾਵਾਂ ਨੇ। ਇਹ ਭਾਵਨਾਵਾਂ ਮੈਂ ਤੁਹਾਡੇ ਵਿੱਚ ਵੀ ਸਮਝਾ ਕਿ ਬਾਹਰ ਦੇ ਜੋ ਇਨਸਾਨ ਨੇ ਉਹਨਾਂ ਦੀਆਂ ਭਾਵਨਾਵਾਂ ਵੀ ਇਹੀ ਨੇ। ਤੁਹਾਡੇ ਵਿੱਚ ਇਹ ਭਾਵਨਾਵਾਂ ਨੇ ਤਾਂ ਤੁਸੀਂ ਇਹ ਸਮਝੋ ਕਿ ਬਾਕੀਆਂ ਦੇ ਵਿੱਚ ਵੀ ਭਾਵਨਾਵਾਂ ਇਹੀ ਨੇ। ਇੱਕ ਨੂੰ ਸਮਝੇ, ਇੱਕੋ ਹੀ ਹੈ ਅੰਦਰ ਬਾਹਰ। ਤੇ ਜਦੋਂ ਬੰਦਾ ਇਹਨਾਂ ਭਾਵਨਾਵਾਂ ਨੂੰ ਸਮਝੇਗਾ ਤਾਂ ਫਿਰ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰੇਗਾ। ਸਿੰਪਲ ਗੱਲ ਹੈ, ਸਾਧਾਰਨ ਸੌਖੀ ਗੱਲ ਹੈ। ਫਿਰ ਦੂਜਿਆਂ ਵਾਸਤੇ ਉਹ ਬੋਲ ਬੋਲੇਗਾ ਜੋ ਆਪਣੇ ਵਾਸਤੇ ਸੁਣਨੇ ਚਾਹੁੰਦਾ ਹੈ। ਦੂਜਿਆਂ ਨਾਲ ਉਹੋ ਜਿਹਾ ਵਿਹਾਰ ਕਰੇਗਾ ਜਿਹੋ ਜਿਹਾ ਵਿਹਾਰ ਆਪਣੇ ਵਾਸਤੇ ਚਾਹੁੰਦਾ ਹੈ। ਇਹਨੂੰ ਕਹਿੰਦੇ ਨੇ ਅੰਤਰ ਬਾਹਰ ਇੱਕ ਜਾਣਨਾ। ਪਹਿਲਾਂ ਕਥਨੀ ਕਰਨੀ ਦੇ ਪੂਰੇ ਹੋਣਾ ਹੈ, ਸੱਚ ਨੂੰ ਸਮਝਣਾ ਹੈ, ਫਿਰ ਸਾਰਿਆਂ ਦੇ ਨਾਲ ਵਿਹਾਰ ਇੱਕ ਜੈਸਾ ਕਰਨਾ ਹੈ। ਅੰਤਰ ਬਾਹਰ ਇੱਕੋ ਜਾਣੇ। ਹੁਣ ਇਹ ਚੀਜ਼ ਵਾਸਤੇ ਸਮਾਧੀਆਂ ਲਾਉਣ ਦੀ ਲੋੜ ਥੋੜਾ ਹੈ ਵੀ ਸਵੇਰੇ ਸਮਾਧੀ ਲਾ ਕੇ ਬੈਠੋ ਤੇ ਸਾਰਾ ਦਿਨ ਫਿਰ ਠੱਗੀਆਂ ਮਾਰੋ। ਇਸ ਕੰਮ ਵਾਸਤੇ ਕੋਈ ਕੰਨ ਪੜਵਾਉਣ ਦੀ ਥੋੜਾ ਲੋੜ ਹੈ। ਅੰਦਰ ਬਾਹਰ ਇੱਕ ਦੂਜੇ ਦੀਆਂ ਭਾਵਨਾਵਾਂ ਤਾਂ ਸਮਝ ਆਏਗੀ। ਪਹਿਲਾਂ ਕੰਨ ਪੜਵਾਓ, ਜਾਂ ਪਹਿਲਾਂ ਚੋਲੇ ਪਾਓ, ਜਾਂ ਪਹਿਲਾਂ ਤੁਸੀਂ ਗ੍ਰਸਤ ਨੂੰ ਔਰ ਸੰਸਾਰ ਨੂੰ ਤਿਆਗੋ। ਜੇ ਤਿਆਗ ਕੇ ਭੱਜ ਗਏ ਤੇ ਇੱਕ ਦੂਜੇ ਨਾਲ ਵਿਹਾਰ ਕੀ ਕਰਨਾ? ਫਿਰ ਤਾਂ ਵਿਹਾਰ ਹੀ ਖਤਮ ਹੋ ਗਿਆ। ਇਸ ਲਈ ਇਹ ਜੋਗੀ ਜਨੋ ਅੰਦਰ ਬਾਹਰ ਜੋ ਇੱਕ ਨੂੰ ਜਾਣਦਾ ਹੈ, ਨਾਨਕ ਅਗਨ ਮਰੈ ਸਤਿਗੁਰ ਕੈ ਭਾਣੇ। ਜਿਹੜੀ ਅੱਗ ਹੈ ਨਾ, ਤ੍ਰਿਸ਼ਨਾ ਦੀ ਅੱਗ, ਸਤਿਗੁਰ ਦੇ ਭਾਣੇ ਦਾ ਮਤਲਬ ਰਜਾ ਦੇ ਵਿੱਚ ਤੁਰਿਆ, ਗੁਰੂ ਦੇ ਗਿਆਨ ਅਨੁਸਾਰ ਜ਼ਿੰਦਗੀ ਜੀਵਿਆ। ਜਿਹੜੀ ਹੋਂ ਮੈਂ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਹੰਕਾਰ ਦੀ ਅੱਗ ਹੈ, ਉਹ ਸਤਿਗੁਰ ਦੀ ਰਜਾ ਦੇ ਵਿੱਚ ਤੁਰਿਆ ਮਿਟ ਜਾਂਦੀ ਹੈ। ਤਾਂ ਮੇਨ ਚੀਜ਼ ਤਾਂ ਹੋਮੇ ਹੈ। ਮੈਂ ਮਮਤਾ, ਸਵਾਰਥ, ਇਹ ਅੱਗ ਲੱਗੀ ਹੈ ਨਾ ਬੰਦੇ ਦੇ ਅੰਦਰ। ਤੇ ਜੇ ਗੁਰੂ ਦੀ ਰਜਾ ਮੁਤਾਬਕ ਤੁਰੇ, ਜਿਵੇਂ ਗੁਰਦੇਵ ਸਾਨੂੰ ਸਮਝਾ ਰਹੇ ਨੇ ਕਿ ਸਾਰਿਆਂ ਦੇ ਵਿੱਚ ਇੱਕ ਨੂੰ ਸਮਝੋ, ਜਾਂ ਅਸੀਂ ਜਪਜੀ ਸਾਹਿਬ ਵਿੱਚ ਵਿਚਾਰਿਆ ਹੈ ਹੁਕਮ ਰਜ਼ਾਈ ਚੱਲਣਾ, ਤੇ ਇਹ ਮੈਂ ਹੋਂ ਜਿਹੜੀ ਇਹ ਵਿੱਚੋਂ ਖਤਮ ਹੋ ਜਾਏਗੀ। ਇਹ ਅੱਗ ਖਤਮ ਹੋ ਜਾਏਗੀ ਤੇ ਬੰਦੇ ਦੇ ਅੰਦਰ ਸ਼ਾਂਤੀ ਆ ਜਾਏਗੀ। ਹੁਣ ਸਾਨੂੰ ਕੌਣ ਤੜਫਾ ਰਿਹਾ ਹੈ, ਦੁਖੀ ਕੌਣ ਕਰ ਰਿਹਾ ਹੈ? ਸਾਡੀ ਈਗੋ। ਤੇ ਈਗੋ ਕੀ ਹੈ? ਜੋ ਅਸੀਂ ਨਹੀਂ ਹਾਂ ਉਹ ਅਸੀਂ ਆਪਣੇ ਆਪ ਨੂੰ ਮੰਨ ਲਿਆ ਹੈ। ਅਸੀਂ ਮੰਨ ਲਿਆ ਹੈ ਆਪਣੇ ਆਪ ਨੂੰ ਕਿ ਅਸੀਂ ਉਹ ਹਾਂ। ਹੁਣ 2 ਮਿੰਟ ਵਾਸਤੇ ਜੇ ਕੋਈ ਇੱਕ ਬੰਦਾ ਆਫੀਸਰ ਹੈ ਤੇ ਉਹਨੂੰ ਕਿਸੇ ਨੇ ਖੜੇ ਹੋ ਕੇ ਨਮਸਕਾਰ ਨਹੀਂ ਕੀਤੀ ਜਾਂ ਆਦਰ ਨਹੀਂ ਕੀਤਾ, ਤੇ ਹੁਣ ਉਹ ਔਖਾ ਹੈ ਕਿ ਮੈਨੂੰ ਇਹਨੇ ਨਮਸਕਾਰ ਨਹੀਂ ਕੀਤੀ, ਉਹਨੇ ਉੱਠ ਕੇ ਸਤਿਕਾਰ ਨਹੀਂ ਕੀਤਾ। ਇਹਦਾ ਮਤਲਬ ਇਹ ਨਹੀਂ ਕਿ ਨਾ ਕਰੋ, ਇੱਕ ਦੂਜੇ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਲੇਕਿਨ ਉਹ ਦੁਖੀ ਕਿਉਂ ਹੈ? ਹੋਮੇ ਕਰਕੇ, ਕਿਉਂਕਿ ਉਹਨੇ ਮੰਨ ਲਿਆ ਹੈ ਮੈਂ ਇੱਕ ਅਫਸਰ ਹਾਂ, ਤਾਂ ਇਹਦਾ ਹੱਕ ਬਣਦਾ ਸੀ ਖੜਾ ਹੁੰਦਾ। ਹੁਣ ਅਸਲ ਦੇ ਅੰਦਰ ਉਹ ਅਫਸਰ ਨਹੀਂ ਹੈ। ਮੰਨ ਲਓ ਮੈਂ ਹੀ ਹਾਂ ਤਾਂ ਮੈਂ ਅਫਸਰ ਨਹੀਂ ਹਾਂ, ਮੈਂ ਤਾਂ ਮੋਹਰ ਸਿੰਘ ਹਾਂ। ਅਫਸਰ ਤਾਂ ਇੱਕ ਡਿਊਟੀ ਹੈ, ਉਹ ਡਿਊਟੀ ਮੈਨੂੰ ਮਿਲੀ ਹੋਈ ਹੈ, ਡਿਊਟੀ ਮਿਲੀ ਹੋਈ ਹੈ ਨਾ। ਮੈਂ ਉਸ ਡਿਊਟੀ ਮੁਤਾਬਕ ਕੁਝ ਕੰਮ ਮੇਰੇ ਜ਼ਿੰਮੇ ਲੱਗੇ ਹੋਏ ਨੇ, ਮੈਂ ਉਹ ਕੰਮ ਕਰਨੇ ਨੇ। ਲੇਕਿਨ ਮੋਹਰ ਸਿੰਘ ਆਪਣੇ ਆਪ ਨੂੰ ਅਫਸਰ ਸਮਝ ਬੈਠਾ ਹੈ ਕਿ ਮੇਰੀ ਹੁਣੇ ਲੋਕ ਕਦਰ ਕਰਨ ਤੇ ਮੈਨੂੰ ਵੱਡਾ ਵੱਡਾ ਕਹਿਣ। ਡਿਊਟੀ ਹੈ ਮੇਰੀ, ਇਹ ਜ਼ਰੂਰੀ ਥੋੜੀ ਕਿ ਮੇਰਾ ਉੱਠ ਕੇ ਸਤਿਕਾਰ ਕੋਈ ਕਰੇ। ਹਾਂ, ਜੋ ਮੇਰੀ ਡਿਊਟੀ ਜ਼ਿੰਮੇ ਲੱਗਾ ਹੈ ਮੈਂ ਉਹ ਕੰਮ ਕਰਾਂ। ਮੈਂ ਇੱਕ ਸੇਵਾਦਾਰ ਹਾਂ। ਹੁਣ ਜ਼ਰੂਰਤ ਹੈ ਕਿ ਮੈਂ ਇੱਕ ਇਨਸਾਨ ਹਾਂ। ਇਹਦੇ ਵਿੱਚ ਮੇਰੀਆਂ ਬਹੁਤ ਸਾਰੀਆਂ ਡਿਊਟੀਆਂ ਨੇ, ਫਰਜ਼ ਨੇ। ਮੈਂ ਕਿਸੇ ਦਾ ਪਿਤਾ ਹਾਂ, ਕਿਸੇ ਦਾ ਮੈਂ ਪੁੱਤਰ ਹਾਂ, ਕਿਸੇ ਦਾ ਚਾਚਾ ਹਾਂ, ਕਿਸੇ ਦਾ ਭਤੀਜਾ ਹਾਂ। ਕਿੰਨੇ ਸਾਰੇ ਮੇਰੇ ਰਿਸ਼ਤੇ ਨੇ। ਇਹ ਮੇਰੀਆਂ ਡਿਊਟੀਆਂ ਨੇ ਨਾ, ਮੇਰੀਆਂ ਜ਼ਿੰਮੇਵਾਰੀਆਂ ਨੇ। ਮੈਂ ਇਹਨਾਂ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਾਂ, ਮੈਂ ਇੱਕ ਜ਼ਿੰਮੇਵਾਰ ਇਨਸਾਨ ਬਣਾ। ਤਾਂ ਇਹ ਜਿਹੜੀ ਅੱਗ ਹੈ ਨਾ ਮੈਂ ਵਾਲੀ, ਇਹ ਅੰਦਰੋਂ ਬੁੱਝ ਜਾਂਦੀ ਹੈ
ਜਦੋਂ ਗੁਰੂ ਦੇ ਗਿਆਨ ਮੁਤਾਬਕ ਕੋਈ ਜ਼ਿੰਦਗੀ ਜੀਂਦਾ ਹੈ, ਜਦੋਂ ਇਹਨੂੰ ਸਮਝ ਆਉਂਦੀ ਹੈ ਕਿ ਬਾਕੀ ਦੇ ਬੰਦੇ ਵੀ ਮੇਰੇ ਵਰਗੇ ਬੰਦੇ ਨੇ, ਮੈਂ ਵੀ ਬੰਦਿਆਂ ਵਰਗਾ ਇੱਕ ਬੰਦਾ ਹਾਂ, ਮੈਂ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ ਹੈ ਸੱਚ ਨੂੰ ਬੇਸ ਬਣਾ ਕੇ। ਕੋਈ ਸਤਿਕਾਰ ਕਰੇ ਨਾ ਕਰੇ, ਇਹਦੇ ਨਾਲ ਕੀ ਫਰਕ ਪੈਂਦਾ? ਇਹ ਤਾਂ ਮੇਰੀ ਆਪਣੀ ਹੋਵੇ ਨਾ ਸੋਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਅੰਦਰੋਂ ਹਉਮੈ ਦੀ ਅੱਗ ਮਿਟ ਜਾਂਦੀ ਹੈ। ਹਉਮੈ ਕੀ ਹੈ ਕਿ ਮੈਂ ਸਿਸਟਮ ਤੋਂ ਬਾਹਰ ਕੁਝ ਕਰ ਸਕਦਾ ਹਾਂ, ਰੱਬੀ ਰਜ਼ਾ ਤੋਂ ਬਾਹਰ ਮੈਂ ਕੁਝ ਕਰ ਸਕਦਾ ਹਾਂ, ਤਾਂ ਇਹ ਚੀਜ਼ਾਂ ਖਤਮ ਹੋ ਜਾਣਗੀਆਂ। ਮੈਂ ਸਿਸਟਮ ਦੇ ਵਿੱਚ ਰਹਿਣਾ ਹੈ। ਤੇ ਇਹ ਜੋਗੀ ਜਨੋ, ਐਸੀ ਜ਼ਿੰਦਗੀ ਜੀਣ ਵਾਸਤੇ ਬਾਬੇ ਬਣਨ ਦੀ ਲੋੜ ਨਹੀਂ, ਸੰਸਾਰ ਤਿਆਗਣ ਦੀ ਲੋੜ ਨਹੀਂ, ਸਗੋਂ ਘਰ ਗ੍ਰਸਤੀ ਦੇ ਅੰਦਰ ਰਹਿੰਦਿਆਂ ਹੋਇਆਂ ਆਪਣੀ ਜ਼ਿੰਦਗੀ ਚੋਂ ਹੋ ਮੈਂ ਖਤਮ ਕਰਕੇ ਪਿਆਰ ਮੁਹੱਬਤ ਦੇ ਨਾਲ ਜ਼ਿੰਦਗੀ ਜੀਣੀ ਚਾਹੀਦੀ ਹੈ। ਗੁਰੂ ਦੇ ਗਿਆਨ ਮੁਤਾਬਕ ਜੀਵਨ ਬਿਤਾਉਣਾ ਚਾਹੀਦਾ ਹੈ। ਗਿਆਨ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਸੱਚ ਭੈ ਰਾਤਾ ਗਰਭ ਨਿਵਾਰੈ। ਸੱਚ ਭੈ ਦਾ ਮਤਲਬ ਜੋ ਸੱਚ ਦੇ ਅਦਬ ਦੇ ਅੰਦਰ ਰੰਗਿਆ ਹੋਇਆ ਹੈ। ਭੈ ਦਾ ਮਤਲਬ ਅਦਬ, ਰਾਤਾ ਦਾ ਮਤਲਬ ਰੰਗਿਆ ਹੋਇਆ, ਗਰਭ ਦਾ ਮਤਲਬ ਅਹੰਕਾਰ, ਤੇ ਨਿਵਾਰੇ ਦਾ ਮਤਲਬ ਖਤਮ ਕਰ ਦਿੰਦਾ ਹੈ। ਜੋ ਮਨੁੱਖ ਸੱਚ ਦੇ ਅਦਬ ਵਿੱਚ ਰਹਿੰਦਾ ਹੈ ਨਾ, ਜਿਹਨੇ ਆਪਣੇ ਮਨ ਨੂੰ, ਆਪਣੀ ਸੋਚ ਨੂੰ ਸੱਚ ਦੇ ਪਿਆਰ ਅੰਦਰ, ਅਦਬ ਦੇ ਅੰਦਰ ਰੰਗ ਲਿਆ ਹੈ, ਗਰਭ ਨਿਵਾਰੇ, ਉਹ ਬੰਦਾ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰ ਦਿੰਦਾ। ਜਿਹਨੂੰ ਸੱਚ ਦੀ ਸਮਝ ਆ ਜਾਏ, ਜਿਹੜਾ ਸੱਚ ਦੇ ਨਾਲ ਰੰਗਿਆ ਜਾਏ, ਤਾਂ ਉਹ ਬੰਦਾ ਫਿਰ ਹੰਕਾਰ ਨਹੀਂ ਕਰੇਗਾ। ਦੇਖੋ, ਸੱਚਾਈ ਤਾਂ ਇਹੋ ਹੀ ਹੈ ਨਾ ਕਿ ਅਸੀਂ ਸਾਰੇ ਬੰਦੇ ਹਾਂ। ਸੱਚਾਈ ਤਾਂ ਇਹੀ ਹੈ। ਸੱਚਾਈ ਤਾਂ ਇਹੀ ਹੈ ਕਿ ਸਾਰਿਆਂ ਦਾ ਸਰੀਰ 5 ਤੱਤਾਂ ਦਾ ਬਣਿਆ ਹੈ, ਸਾਰੇ ਹੀ ਮਾਂ ਦੇ ਪੇਟ ਤੋਂ ਜਨਮੇ ਆ, ਸਾਰੇ ਇਸ ਸੰਸਾਰ ਦੇ ਅੰਦਰ ਇੱਕੋ ਸਿਸਟਮ ਦੇ ਨਾਲ ਰਹਿ ਰਹੇ ਆ। ਤਾਂ ਫਿਰ ਮੈਂ ਵੱਡਾ ਕਿਵੇਂ ਹੋ ਗਿਆ, ਤੁਸੀਂ ਛੋਟੇ ਕਿਵੇਂ ਹੋ ਗਏ, ਜਾਂ ਤੁਸੀਂ ਵੱਡੇ ਔਰ ਮੈਂ ਛੋਟਾ ਕਿਵੇਂ ਹੋ ਗਿਆ? ਮੇਰੇ ਕੋਲ ਕੀ ਬੇਸ ਹੈ ਕਿ ਮੈਂ ਤੁਹਾਨੂੰ ਨੀਵਾਂ ਦਿਖਾਵਾਂ ਜਾਂ ਤੁਸੀਂ ਮੈਨੂੰ ਨੀਵਾਂ ਦਿਖਾਓ? ਬੇਸ ਤੇ ਕੋਈ ਵੀ ਨਹੀਂ ਹੈ। ਸੱਚਾਈ ਤਾਂ ਇਹੀ ਹੈ। सच्चाई तो यही है ना, अव्वल अल्लाह नूर उपाया कुदरत के सब बंदे, एक नूर ते सब जग उपजया कौन भले को मंदे। तो फिर किदी जात उच्ची ते किदी नीवी? सच्चाई तो यह ना कि जातां मनुख दियां रचियां हुईयां ने, रब ने ते जातां नहीं पैदा कीतियां, कुदरत ने जात थोड़ी पैदा की है। ये ते बंदे ने आप रच लेने, वर्ण आप बना लेने, जातां आप बना लईयां ने, फिर उन्हां दे हंकार दे विच आप ही खचत। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਸੱਚ ਦੇ ਨਾਲ ਜੁੜ ਜਾਂਦਾ ਨਾ, ਸੱਚ ਦੇ ਨਾਲ, ਸੱਚ ਦੇ ਪ੍ਰੇਮ ਨਾਲ ਆਪਣੀ ਸੁਰਤ ਨੂੰ, ਸੋਚ ਨੂੰ ਰੰਗ ਲੈਂਦਾ ਹੈ, ਉਹਦੀ ਜ਼ਿੰਦਗੀ ਚੋਂ ਫਿਰ ਗਰਭ ਅਹੰਕਾਰ ਖਤਮ ਹੋ ਜਾਂਦਾ ਹੈ। ਜਿਵੇਂ ਭਗਤ ਕਬੀਰ ਜੀ ਨੂੰ ਕਿਹਾ ਨਾ ਬ੍ਰਾਹਮਣ ਨੇ ਵੀ ਤੂੰ ਨੀਵਾਂ ਹੈ, ਜੁਲਾਹਾ ਹੈ, ਮੈਂ ਉੱਚੀ ਜਾਤ ਦਾ ਬ੍ਰਾਹਮਣ ਹਾਂ। ਤਾਂ ਭਗਤ ਕਬੀਰ ਜੀ ਨੇ ਬੜੇ ਪਿਆਰ ਨਾਲ ਕਿਹਾ ਵੀ ਪੰਡਤ ਜੀ ਮੈਨੂੰ ਮੰਨਣ ਲੱਗਿਆ ਕੋਈ ਇਤਰਾਜ਼ ਨਹੀਂ ਕਿ ਮੈਂ ਨੀਵੀਂ ਜਾਤ ਦਾ ਵਾਂ, ਮੈਂ ਮੰਨ ਲਵਾਂਗਾ, कोई प्रॉब्लम नहीं है, पर मैनू दस तां सही कि मैं नीवा और तू उच्चा किवें है? कोई रीजन, कोई कारण, कोई बेस है? जो तू ब्राह्मण ब्रह्मण ही जाया तो आन बाट काहे नहीं आया। जे तू मेरे तू उच्चा है, मैं नीवा हाँ, तां मैनू मन्नण विच तां कोई प्रॉब्लम नहीं, पर तू भी उस राह चों पैदा होया, मैं भी उस राह चों पैदा होया, सिस्टम तां एक चों पैदा होया। तुम कत ब्राह्मण हम कत सूद, तू किवें ब्राह्मण है ते मैं किवें शूदर हां। हम कत लोहू तुम कत दूध, मेरियां नाड़ां विच खून हुंदा, तेरियां नाड़ां विच दुध हुंदा, फिर भी मान लैंदा भी तू उच्चा महान है, मैं नीवां वां, मेरियां नाड़ां विच भी खून है, तेरियां च भी, मैं भी हवा नाल जी रहा, तू भी हवा नाल जी रहा, तेरी भी पानी नाल प्यास बुझदी है, मेरी भी 5 तत्तां तो तू बनिया, 5 तो मैं, फिर उच्चा नीवां किवें हो गया? सच्चाई तां यही है ना। ਤਾਂ ਬੰਦੇ ਨੂੰ ਜਦੋਂ ਸੱਚਾਈ ਦੀ ਸਮਝ ਆਉਂਦੀ ਹੈ, ਫਿਰ ਉਹ ਹੰਕਾਰ ਨਹੀਂ ਕਰਦਾ। ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਸਾਰੀ ਕਾਇਨਾਤ ਦੇ ਅੰਦਰ ਇੱਕ ਨਿਯਮ ਚੱਲ ਰਿਹਾ ਹੈ, ਹੁਕਮ ਚੱਲ ਰਿਹਾ ਹੈ, ਲਾ ਆਫ ਨੇਚਰ ਹੈ, ਉਹਦੇ ਮੁਤਾਬਕ ਸਾਰੇ ਜ਼ਿੰਦਗੀ ਜੀ ਰਹੇ ਨੇ। ਇਸ ਲਈ ਉਹਦੀ ਸੋਚ ਦੇ ਅੰਦਰ ਵਿਸ਼ਾਲਤਾ ਆਉਂਦੀ ਹੈ, ਉਹਦੀ ਸੋਚ ਦੇ ਅੰਦਰੋਂ ਮੈਂ ਮਿਟ ਜਾਂਦੀ ਹੈ, ਸਵਾਰਥ ਮੁੱਕ ਜਾਂਦੇ ਨੇ। ਏਕੋ ਜਾਤਾ ਸ਼ਬਦ ਵਿਚਾਰੇ, ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਨਾ, ਗਿਆਨ ਦੀ ਵਿਚਾਰ ਕਰਦਾ ਹੈ, ਉਹ ਇੱਕ ਨੂੰ ਜਾਣ ਲੈਂਦਾ ਹੈ ਕਿ ਇੱਕੋ ਸਿਸਟਮ ਹੈ ਸੰਸਾਰ ਵਿੱਚ, ਇੱਕੋ ਹੀ ਸਮਾਇਆ ਹੋਇਆ ਹੈ, ਇੱਕੋ ਹੀ ਫੈਲਿਆ ਹੋਇਆ ਹੈ, ਰੱਬ ਕੋਈ ਵੱਖਰਾ ਨਹੀਂ ਹੈ ਇਸ ਦੁਨੀਆ ਚੋਂ।
ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਇੱਕੋ ਹੀ ਫੈਲਿਆ ਹੋਇਆ ਹੈ। ਉਹਨੂੰ ਇੱਕ ਓੰਕਾਰ ਦੀ ਸਮਝ ਆ ਜਾਂਦੀ ਹੈ ਕਿ ਇੱਕ ਹੀ ਫੈਲਿਆ ਹੋਇਆ ਹੈ। ਆ ਜਿਹੜਾ ਦਿਸਦਾ ਵਿਸ਼ਵ ਹੈ, ਦਿਸਦਾ ਸੰਸਾਰ ਜਗਤ ਹੈ, ਇਹ ਰੱਬ ਹੀ ਦਿਸ ਰਿਹਾ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਪਹਿਲੀ ਗੱਲ। ਦੂਜੀ ਗੱਲ, ਉਹਨੂੰ ਸਮਝ ਆ ਜਾਂਦੀ ਕਿ ਸਾਰੀ ਕਾਇਨਾਤ ਦੇ ਅੰਦਰ ਇੱਕ ਸਿਸਟਮ ਚੱਲ ਰਿਹਾ ਹੈ, ਹੁਕਮ ਚੱਲ ਰਿਹਾ ਹੈ। ਹੁਕਮ ਦਾ ਮਤਲਬ ਸਿਸਟਮ। ਉਹ ਸਿਸਟਮ ਤੋਂ ਬਾਹਰ ਕੋਈ ਵੀ ਨਹੀਂ ਹੈ, ਨਾ ਮੈਂ ਹਾਂ ਨਾ ਤੁਸੀਂ ਹਾਂ। ਕੋਈ ਵੀ ਵੱਡੇ ਤੋਂ ਵੱਡਾ ਕਰਾਮਾਤੀ ਬੰਦਾ ਕਿ ਕਾਰਬਨ ਮੋਨੋਆਕਸਾਈਡ ਨਾਲ ਰਹਿ ਸਕਦਾ ਜ਼ਿੰਦਾ? ਬਿਲਕੁਲ ਨਹੀਂ ਰਹਿ ਸਕਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਂ ਫਿਰ ਇੱਕ ਹੁਕਮ ਹੀ ਚੱਲ ਰਿਹਾ ਨਾ, ਹੁਕਮ ਦੇ ਅੰਦਰ ਰਹਿ ਰਹੇ ਆ ਸਾਰੇ, ਮੈਂ ਵੀ, ਤੁਸੀਂ ਵੀ, ਹੋਰ ਵੀ ਸਾਰੀ ਮਨੁੱਖਤਾ। ਤਾਂ ਫਿਰ ਇੱਕ ਬੰਦਾ ਵੱਡਾ ਔਰ ਦੂਜਾ ਨੀਵਾਂ ਕਿਵੇਂ ਹੋ ਗਿਆ? ਅਸੀਂ ਨਫ਼ਰਤ ਕਿਉਂ ਕਰਦੇ ਹਾਂ? ਸਿਰਫ ਇਸ ਕਰਕੇ ਹੈ ਕਿ ਸਾਡੇ ਅੰਦਰ ਗਿਆਨ ਦੀ ਕਮੀ ਹੈ, ਸੋਚ ਦੀ ਘਾਟ ਹੈ, ਸੋਚ ਨੀਵੀਂ ਹੈ। ਸੋਚ ਨੂੰ ਵਿਸ਼ਾਲ ਕਰਨ ਦੀ ਲੋੜ ਹੈ, ਸੱਚਾਈ ਨੂੰ ਸਮਝਣ ਦੀ ਜ਼ਰੂਰਤ ਹੈ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨ ਦੀ ਲੋੜ ਹੈ। ਜਦੋਂ ਅੰਦਰ ਇਨਸਾਨੀਅਤ ਪੈਦਾ ਹੋਏਗੀ ਸੱਚ ਨੂੰ ਸਮਝ ਕੇ, ਫਿਰ ਆ ਵਿਤਕਰੇ ਮਿਟ ਜਾਣਗੇ, ਫਿਰ ਇੱਕ ਭਾਈਚਾਰਕ ਸਮਾਜ ਪੈਦਾ ਹੋਏਗਾ। ਇਹ ਸਮਾਜ, ਸਾਡੇ ਘਰ, ਸਾਡੇ ਪਰਿਵਾਰ ਸੋਹਣੇ ਬਣ ਜਾਣਗੇ, ਜ਼ਿੰਦਗੀ ਆਸਾਨ ਹੋ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਗੁਰੂ ਗਿਆਨ ਦੀ ਵਿਚਾਰ ਕਰਦਾ ਹੈ ਉਹ ਇੱਕ ਨੂੰ ਜਾਣ ਲੈਂਦਾ, ਉਹਨੂੰ ਇੱਕ ਦੀ ਸਮਝ ਆ ਜਾਂਦੀ। ਸ਼ਬਦ ਵਸੈ ਸੱਚ ਅੰਤਰ ਹੀਆ। ਸ਼ਬਦ ਵਸੈ ਸੱਚ, ਇੱਥੇ ਵਿਸ਼ਰਾਮ ਲਾਵਾਂਗੇ। ਸ਼ਬਦ ਵਸੈ ਸੱਚ ਅੰਤਰ ਹੀਆ। ਜਿਸ ਮਨੁੱਖ ਦੇ ਹਿਰਦੇ ਸੱਚਾ ਸ਼ਬਦ ਵਸ ਜਾਂਦਾ ਹੈ, ਸੱਚਾ ਗਿਆਨ ਵਸ ਜਾਂਦਾ ਹੈ। ਸ਼ਬਦ ਦਾ ਮਤਲਬ ਗਿਆਨ, ਸੱਚਾ ਗਿਆਨ ਜਿਹਦੇ ਹਿਰਦੇ ਦੇ ਅੰਦਰ ਵਸ ਜਾਂਦਾ ਹੈ। ਗੁਰੂ ਦਾ ਸ਼ਬਦ ਸੱਚਾ ਗਿਆਨ ਜਿਹਦੇ ਹਿਰਦੇ ਦੇ ਅੰਦਰ ਵਸ ਜਾਂਦਾ ਹੈ। ਤਨ ਮਨ ਸ਼ੀਤਲ ਰੰਗੀਆ। ਇੱਥੇ ਰੰਗ ਦੇ ਗੱਗੇ ਨਾਲ ਹੈ ਸਿਹਾਰੀ, ਜਿਹਦਾ ਮਤਲਬ ਰੰਗ ਵਿੱਚ। ਰੰਗੀਆ ਦਾ ਮਤਲਬ ਰੰਗਿਆ ਹੋਇਆ। ਜਿਹਦਾ ਮਨ ਸੱਚੇ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਨਾ, ਉਹਦਾ ਤਨ ਵੀ ਔਰ ਉਹਦਾ ਮਨ ਵੀ ਸ਼ੀਤਲ ਹੋ ਜਾਂਦਾ ਹੈ, ਠੰਡਾ ਠਾਰ ਹੋ ਜਾਂਦਾ ਹੈ। ਯਾਨੀ ਉਹ ਮਨ ਕਰਕੇ ਵੀ ਸ਼ਾਂਤ ਸੁਖੀ ਹੈ, ਤਨ ਕਰਕੇ ਵੀ ਸੁਖੀ ਹੈ। ਕਿਉਂਕਿ ਜਿਸ ਦਾ ਮਨ ਸ਼ਾਂਤ ਹੈ ਉਹਦਾ ਤਨ ਵੀ ਸ਼ਾਂਤ ਹੋਏਗਾ। ਜਿਹਦੇ ਮਨ ਦੇ ਅੰਦਰ ਖਿਜ ਹੈ, ਤੁਸੀਂ ਵੇਖੋਗੇ ਕੁਦਰਤੀ ਉਹਦੇ ਮੱਥੇ ਦੇ ਉੱਤੇ ਤਿਊੜੀਆਂ ਪਈਆਂ ਹੋਣਗੀਆਂ, ਮੱਥਾ ਉਹਦਾ ਆਕੜਿਆ ਹੋਏਗਾ, ਉਹਦਾ ਚਿਹਰਾ ਰਿਲੈਕਸ ਨਹੀਂ ਹੋਏਗਾ, ਕਿਉਂਕਿ ਅੰਦਰ ਕੋਈ ਨਾ ਕੋਈ ਪਰੇਸ਼ਾਨੀ ਹੈ। ਤੁਸੀਂ ਆਮ ਬੰਦੇ ਦਾ ਦੇਖੋਗੇ ਨਾ, ਤੇ ਚਿਹਰਾ ਇੰਜ ਕਰਕੇ ਬੈਠਾ ਹੈ, ਇਸ ਤਰ੍ਹਾਂ ਪੜ ਰਿਹਾ ਹੈ, ਕੰਪਿਊਟਰ ਦੇਖ ਰਿਹਾ ਹੈ, ਤਾਂ ਡਰਾਈਵਿੰਗ ਕਰ ਰਿਹਾ ਹੈ, ਤਾਂ ਗੱਲਾਂ ਕਰ ਰਿਹਾ ਹੈ, ਮੱਥਾ ਚੜਿਆ ਹੋਇਆ ਹੈ, ਅੱਖਾਂ ਚੜੀਆਂ ਹੋਈਆਂ ਨੇ, ਰਿਲੈਕਸ ਨਹੀਂ ਹੈ ਨਾ, ਸ਼ਾਂਤ ਨਹੀਂ ਹੈ। ਰੀਜ਼ਨ ਕੀ ਹੈ? ਕਿ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਪਰੇਸ਼ਾਨੀ ਹੈ। ਕਿਸੇ ਨੇ ਬਹੁਤ ਵਧੀਆ ਲਿਖਿਆ ਹੈ ਕਿ ਅੱਖਾਂ ਦੇ ਜਿਹੜੇ ਕਾਲੇ ਤੇ ਘੇਰੇ ਨੇ ਨਾ, ਅੱਖਾਂ ਦੇ ਕਾਲੇ ਘੇਰੇ, ਇਹ ਦੱਸ ਦਿੰਦੇ ਨੇ ਕਿ ਹਾਸਾ ਜਿਹੜਾ ਹੈ ਉਹ ਨਕਲੀ ਹੈ। ਕਿਉਂਕਿ ਜਦੋਂ ਅੰਦਰ ਪਰੇਸ਼ਾਨੀਆਂ ਹੁੰਦੀਆਂ ਨੇ ਤਾਂ ਆਮ ਕਰਕੇ ਅੱਖਾਂ ਵਗੈਰਾ ਦੇ ਚ ਫੇਰੇ ਕਾਲੇ ਘੇਰੇ ਬਣ ਜਾਂਦੇ ਨੇ। ਕਹਿਣ ਤੋਂ ਭਾਵ ਇਹ ਨਹੀਂ ਕਿ ਸਾਰਿਆਂ ਦੀ ਹੁੰਦੇ ਨੇ, ਮਤਲਬ ਕਿ ਆਪਣੇ ਕਾਲੇ ਘੇਰੇ ਵੇਖ ਕੇ ਤੀ ਵੇਖਣ ਲੱਗ ਜਾ ਕਿ ਮੈਂ ਪਰੇਸ਼ਾਨੀ ਆ, ਐਸਾ ਨਹੀਂ। ਕਈ ਰੀਜ਼ਨ ਨੇ, ਪਰ ਇਹ ਇੰਨੀ ਕੀ ਗੱਲ ਲੈਣੀ ਹੈ। ਕਹਿਣ ਤੋਂ ਮੁਰਾਦ ਇੰਨੀ ਕੁ ਹੈ ਕਿ ਚਿਹਰੇ ਤੋਂ ਸਮਝ ਆ ਜਾਂਦੀ ਕਿ ਬੰਦਾ ਪਰੇਸ਼ਾਨ ਹੈ। ਤੇ ਜਿਹਦੇ ਅੰਦਰ ਸੱਚ ਦਾ ਪਿਆਰ ਦੇ ਨਾਲ, ਗੁਣਾਂ ਦੇ ਨਾਲ ਰੰਗਿਆ ਜਾਏ, ਉਹਦਾ ਅੰਦਰ ਸ਼ਾਂਤ ਹੈ ਔਰ ਉਹਦਾ ਤਨ ਵੀ ਸ਼ਾਂਤ ਹੈ। ਉਹਦੇ ਤਨ ਦੇ ਅੰਦਰ ਵੀ ਖਿਚਾਵ, ਤਣਾਵ ਨਹੀਂ ਹੈ। ਤੇ ਜਦੋਂ ਤਣਾਵ, ਖਿਚਾਵ ਮਾਨਸਿਕਤਾ ਵਿੱਚ ਨਹੀਂ, ਤਨ ਵੀ ਉਹਦਾ ਅਰੋਗ ਹੋਏਗਾ। ਇਸ ਲਈ ਇਹ ਜੋਗੀ ਜਨੋ ਸਮਾਧੀਆਂ ਲਾਉਣ ਦੀ ਲੋੜ ਨਹੀਂ, ਜੰਗਲ ਦੇ ਵਿੱਚ ਜਾਣ ਦੀ ਲੋੜ ਨਹੀਂ, ਗ੍ਰਸਤ ਤਿਆਗਣ ਦੀ ਲੋੜ ਨਹੀਂ। ਲੋੜ ਤਾਂ ਆਪਣੀ ਸੋਚ ਨੂੰ ਕਾਮ, ਕ੍ਰੋਧ, ਬਿਖ, ਅਗਨ ਨਿਵਾਰੇ। ਜੋ ਗੁਰੂ ਦੇ ਗਿਆਨ ਨੂੰ ਸਮਝਦਾ ਹੈ, ਜੋ ਗੁਰੂ ਦੇ ਗਿਆਨ ਦੀ ਵਰਤੋਂ ਕਰਦਾ ਹੈ, ਪ੍ਰੈਕਟੀਕਲੀ ਲਾਈਫ ਜੀਂਦਾ ਹੈ, ਤਾਂ ਉਹ ਕਾਮ, ਕ੍ਰੋਧ ਤੇ ਬਿਖ ਦਾ ਮਤਲਬ ਹੈ ਜ਼ਹਿਰ। ਉਹ ਆਪਣੇ ਅੰਦਰੋਂ ਕਾਮ, ਕ੍ਰੋਧ ਦੀ ਜ਼ਹਿਰ ਨੂੰ ਔਰ ਤ੍ਰਿਸ਼ਨਾ ਦੀ ਅੱਗ ਨੂੰ ਮਿਟਾ ਦਿੰਦਾ ਹੈ। ਅਗਨ ਨਿਵਾਰੇ, ਅਗਨ ਦਾ ਮਤਲਬ ਤ੍ਰਿਸ਼ਨਾ ਦੀ ਅੱਗ ਨੂੰ ਖਤਮ ਕਰ ਦਿੰਦਾ ਹੈ। ਹੁਣ ਇਹ ਕਾਮ ਔਰ ਕ੍ਰੋਧ ਜ਼ਹਿਰ ਨੇ, ਤੇ ਜੋਗੀ ਜਿਹੜੇ ਨੇ ਇਸ ਕਾਮ, ਕ੍ਰੋਧ ਤੋਂ ਬਚਣ ਲਈ ਸੰਸਾਰ ਨੂੰ ਤਿਆਗ ਗਏ ਨੇ। ਲੇਕਿਨ ਕਾਮ, ਕ੍ਰੋਧ ਤੋਂ ਬਚਣ ਵਾਸਤੇ ਸੰਸਾਰ ਤਿਆਗਣ ਦੀ ਜ਼ਰੂਰਤ ਨਹੀਂ ਹੈ ਨਾ, ਸੰਸਾਰ ਦੇ ਵਿੱਚ ਰਹਿ ਕੇ ਬਚਣ ਦੀ ਜ਼ਰੂਰਤ ਹੈ। ਜਿਸ ਨੂੰ ਅਸੀਂ ਕਹਿੰਦੇ ਆ ਨਾ ਕਿ ਫਲਾਂ ਬੰਦਾ ਬ੍ਰਹਮਚਾਰੀ ਹੈ, ਉਹਨੇ ਵਿਆਹ ਹੀ ਨਹੀਂ ਕਰਾਇਆ, ਤਾਂ ਜਿਸ ਨੂੰ ਅਸੀਂ ਬ੍ਰਹਮਚਾਰੀ ਕਹਿੰਦੇ ਆ, ਉਹ ਬ੍ਰਹਮਚਰਜ ਕਦੇ ਰਹਿ ਹੀ ਨਹੀਂ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਪਾਵਨ ਬਾਣੀ ਦੇ ਵਿੱਚ ਬਚਨ ਆਇਆ ਹੈ
ਕਿ ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਪਾਈ। ਜਿੰਨੇ ਮਰਜ਼ੀ ਯਤਨ ਕਰ ਲਵੇ ਬਿੰਦ ਅੰਦਰ ਰੁਕੇਗਾ ਨਹੀਂ, ਕਿਉਂਕਿ ਕੁਦਰਤੀ ਨਿਯਮ ਹੈ, ਇੱਕ ਲਾ ਹੈ, ਕੁਦਰਤ ਦਾ ਨਿਯਮ ਹੈ, ਕਦੇ ਹੋ ਨਹੀਂ ਸਕਦਾ ਐਸਾ। ਤੇ ਜੇ ਐਸਾ ਹੋ ਵੀ ਜਾਏ ਬਾਈ ਦੀ ਵੇ, ਕੋਈ ਇਸ ਚੀਜ਼ ਤੇ ਕੰਟਰੋਲ ਕਰ ਵੀ ਲਵੇ ਤਾਂ ਇਹ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੋਵੇਗੀ। ਗੁਰੂ ਜੀ ਕਹਿੰਦੇ ਨੇ ਬਿੰਦ ਰਾਖ ਜੋ ਤਰੀਏ ਭਾਈ, ਖੁਸ਼ ਰਹਿ ਕਿਉਂ ਨਾ ਪਰਮਗਤ ਪਾਈ। ਜੇ ਜਤੀ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਕੁਤ ਹੋ ਜਾਣੇ ਚਾਹੀਦੇ ਨੇ। ਇਹਦਾ ਮਤਲਬ ਜੋ ਬ੍ਰਹਮਚਰਜ ਰੱਖਣਾ ਹੈ ਉਹਦੀ ਵੈਲਿਊ ਕਿੰਨੀ ਹੈ? ਖੁਸਰੇ ਜਿੰਨੀ, ਇੰਨੀ ਕੀ ਹੈ ਨਾ। ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ ਅਗਿਆਨਤਾ ਵਸ ਉਹਨਾਂ ਲੋਕਾਂ ਨੂੰ ਸਿਰ ਤੇ ਪਾ ਬੈਠੇ ਆ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਤਿਆਗੀ ਹਾਂ ਜੀ, ਵਿਆਹ ਨਹੀਂ ਕਰਾਇਆ, ਇਸ ਕਰਕੇ ਅਸੀਂ ਮਹਾਨ। ਇਹ ਕੋਈ ਮਹਾਨਤਾ ਨਹੀਂ ਹੈ, ਜੋ ਵੀ ਹੋ, ਇਹ ਕੋਈ ਮਹਾਨਤਾ ਨਹੀਂ ਹੈ। ਇਸ ਲਈ ਕਿਉਂਕਿ ਤੁਸੀਂ ਹੁਣ ਜੰਗਲਾਂ ਵਿੱਚ ਫਿਰ ਰਹੇ ਹੋ ਜਾਂ ਔਰਤ ਦਾ ਤਿਆਗ ਕੀਤਾ ਹੈ ਤੇ ਪਰ ਇਸਤਰੀ ਦੇ ਉੱਤੇ ਧਿਆਨ ਹੈ। ਦੇਸ਼ ਛੋੜ ਪਰਦੇਸਾਂ ਤਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ, ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸ਼ ਨਾ ਪਾਈਏ ਮਹਾਂ ਦੁਖਿਆਰੀ। ਤਿਆਗਿਆ ਕੀ ਇਹ ਕੱਪੜੇ ਚਾਹੀਦੇ ਨੇ, ਫਿਰ ਗ੍ਰਸਤੀਆਂ ਕੋਲ ਮੰਗਣ ਜਾਂਦੇ ਹੋ, ਕੱਪੜਿਆਂ ਦੀ ਲੋੜ ਤੇ ਫਿਰ ਵੀ ਰਹੀ। ਰੋਟੀ ਖਾਣੀ ਹੈ ਫਿਰ ਮੰਗਣ ਜਾ ਰਹੇ ਹੋ, ਰੋਟੀ ਦੀ ਲੋੜ ਫਿਰ ਵੀ ਹੈ, ਪਰਾਈਆਂ ਔਰਤਾਂ ਤੱਕ ਰਹੇ ਹੋ, ਤਾਂ ਤਿਆਗਿਆ ਕੀ। ਇਸ ਲਈ ਗੁਰੂ ਜੀ ਕਹਿੰਦੇ ਨੇ ਆਪਣੇ ਅੰਦਰੋਂ ਕਾਮ ਵਾਸਨਾ ਨੂੰ ਤਿਆਗਣ ਦਾ ਮਤਲਬ ਹੈ ਕਿ ਪਰ ਤਨ ਵੱਲ ਖਿਆਲ ਨਾ ਕਰਨਾ। ਆਪਣੀ ਔਰਤ ਤੋਂ ਇਲਾਵਾ ਹਰ ਔਰਤ ਨੂੰ ਧੀ ਭੈਣ ਮਾਂ ਦੇ ਰੂਪ ਵਿੱਚ ਵੇਖਣਾ, ਔਰ ਹਰ ਔਰਤ ਆਪਣੇ ਪਤੀ ਤੋਂ ਇਲਾਵਾ ਹਰ ਪੁਰਸ਼ ਨੂੰ ਪੁੱਤਰ, ਪਿਓ ਔਰ ਭਰਾ ਦੇ ਸਮਾਨ ਵੇਖੇ। ਕ੍ਰੋਧ ਦੇ ਉੱਤੇ ਕੰਟਰੋਲ ਕਰਨਾ ਹੈ, ਕ੍ਰੋਧ ਨੂੰ ਪ੍ਰੇਮ ਵਿੱਚ ਬਦਲਣਾ ਹੈ। ਪ੍ਰੇਮ ਕਰਾਂਗੇ ਤਾਂ ਕ੍ਰੋਧ ਖਤਮ ਹੋ ਜਾਏਗਾ। ਕ੍ਰੋਧ ਤੇ ਕੰਟਰੋਲ ਹੀ ਕਰਨਾ ਹੈ ਨਾ। ਤੇ ਕ੍ਰੋਧ ਤੇ ਕੰਟਰੋਲ ਤੇ ਤਾਂ ਹੀ ਪਤਾ ਲੱਗੇਗਾ ਨਾ ਜੇ ਲੋਕਾਂ ਦੇ ਵਿੱਚ ਰਵਾਂਗੇ ਵੀ ਕ੍ਰੋਧ ਆਉਂਦਾ ਹੈ ਕਿ ਨਹੀਂ ਆਉਂਦਾ। ਇਸ ਲਈ ਤ੍ਰਿਸ਼ਨਾ ਨੂੰ, ਕ੍ਰੋਧ ਨੂੰ, ਕਾਮ ਆਦਿਕ ਨੂੰ ਕੰਟਰੋਲ ਦੇ ਵਿੱਚ ਕਰਨਾ ਹੈ। ਇਸ ਅੱਗ ਨੂੰ ਅੰਦਰੋਂ ਖਤਮ ਕਰਨਾ ਹੈ, ਇਹਨਾਂ ਦਾ ਮਿਸਯੂਜ਼ ਨਹੀਂ ਕਰਨਾ। ਨਾਨਕ ਨਦਰੀ ਨਦਰ ਪਿਆਰੇ, ਉਹ ਮਨੁੱਖ ਮਿਹਰ ਕਰਨ ਪ੍ਰਭੂ ਦੀ ਨਜ਼ਰ ਦੇ ਵਿੱਚ ਰਹਿੰਦਾ ਹੈ। ਨਾਨਕ ਨਦਰੀ ਦਾ ਮਤਲਬ ਨਦਰ ਦਾ ਮਾਲਕ, ਤੇ ਦੂਜੇ ਨਦਰ ਦੇ ਰਾਰੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਨਦਰ ਵਿੱਚ, ਮਿਹਰ ਵਿੱਚ। ਗੁਰੂ ਜੀ ਕਹਿੰਦੇ ਨੇ ਜੋ ਐਸਾ ਪੁਰਸ਼ ਹੈ ਨਾ, ਉਹ ਰੱਬ ਦੀ ਰਹਿਮਤ ਦੀ ਨਜ਼ਰ ਵਿੱਚ ਰਹਿੰਦਾ ਹੈ। ਯਾਨੀ ਇਹ ਰੱਬ ਦੀ ਰਹਿਮਤ ਇਹੋ ਹੀ ਹੈ ਕਿ ਜੋ ਅਸੀਂ ਚੰਗੀ ਜ਼ਿੰਦਗੀ ਜੀਣੀ ਹੈ, ਇਹੀ ਰੱਬ ਦੀ ਰਹਿਮਤ ਹੈ, ਇਹੀ ਰੱਬ ਦੀ ਕਿਰਪਾ ਹੈ। ਤੇ ਇਹਦੇ ਵਾਸਤੇ ਸਾਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਸੱਚ ਨੂੰ ਅਪਣਾਉਣ ਦੀ ਲੋੜ ਹੈ। ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ ਜ਼ਰੂਰਤ ਹੈ। ਜੋ ਅਸੀਂ ਗੁਰਬਾਣੀ ਵਿੱਚ ਸੁਣਦੇ ਹਾਂ, ਇਹਨਾਂ ਗੁਣਾਂ ਦੇ ਉੱਤੇ ਅਮਲ ਕਰਨ ਦੀ ਲੋੜ ਹੈ। ਅੰਦਰੋਂ ਬਾਹਰੋਂ ਇੱਕ ਹੋਣ ਦੀ ਲੋੜ ਹੈ, ਸਚਿਆਰ ਹੋਣ ਦੀ ਜ਼ਰੂਰਤ ਹੈ। ਉਹ ਬੰਦਾ ਰੱਬੀ ਰਹਿਮਤ ਔਰ ਰੱਬੀ ਕਿਰਪਾ ਦੇ ਅੰਦਰ ਰਹਿੰਦਾ ਹੈ। ਹੁਣ ਰੱਬ ਦੀ ਰਹਿਮਤ ਚੁਫੇਰੇ ਹੈ, ਅਸੀਂ ਉਸ ਨਦਰ ਦੇ ਵਿੱਚ ਰਹਿਣਾ ਹੈ, ਉਸ ਨਦਰ ਤੋਂ ਬਾਹਰ ਨਹੀਂ ਜਾਣਾ, ਉਸ ਨਦਰ ਤੋਂ ਬਾਹਰ ਨਹੀਂ ਜਾਣਾ, ਉਸ ਨਦਰ ਨੂੰ ਵਰਤਣਾ ਹੈ। ਰਹਿਮਤ ਤੇ ਸਾਡੇ ਤੇ ਹੋਈ ਹੈ ਕਿ ਰੱਬ ਨੇ ਬੰਦਾ ਬਣਾਇਆ, ਅਸੀਂ ਬੰਦੇ ਆ। ਇਸ ਤੋਂ ਵੱਡੀ ਰਹਿਮਤ ਹੋਰ ਕੀ ਚਾਹੀਦੀ। ਰੱਬ ਨੇ ਇੰਨਾ ਵੱਡਾ, ਕੁਦਰਤ ਨੇ ਸਾਨੂੰ ਦਿਮਾਗ ਦਿੱਤਾ ਹੈ, ਸਾਡੇ ਅੰਦਰ ਇੰਨੇ ਸਾਰੇ ਗੁਣ ਪਾਏ ਨੇ, ਸੱਚ ਹੈ, ਸੰਤੋਖ ਹੈ, ਸਾਰੇ ਗੁਣ ਸਾਡੇ ਵਿੱਚ ਮੌਜੂਦ ਨੇ। ਇਹਨਾਂ ਗੁਣਾਂ ਨੂੰ ਵਰਤਣਾ ਹੈ, ਇਹਨਾਂ ਗੁਣਾਂ ਵਾਲੀ ਜ਼ਿੰਦਗੀ ਜੀਣੀ ਹੈ, ਗਿਆਨ ਦੀ ਸਹੀ ਵਰਤੋਂ ਕਰਨੀ ਹੈ। ਇਹੀ ਰੱਬ ਦੀ ਰਹਿਮਤ ਹੈ, ਇਹੀ ਰੱਬ ਦੀ ਕਿਰਪਾ ਹੈ। ਇੱਕ ਦੂਜੇ ਦੇ ਵਿੱਚ ਰੱਬ ਵੇਖਣਾ ਹੈ, ਅੰਦਰ ਬਾਹਰ। ਆਪਣੀਆਂ ਭਾਵਨਾਵਾਂ ਵਰਗੀਆਂ ਦੂਜਿਆਂ ਦੀਆਂ ਭਾਵਨਾਵਾਂ ਨੇ। ਇੱਕ ਦੂਜੇ ਨਾਲ ਪਿਆਰ ਕਰਨਾ ਹੈ, ਸਤਿਕਾਰ ਕਰਨਾ ਹੈ, ਸਹਿਯੋਗ ਕਰਨਾ ਹੈ, ਸੱਚੀ ਜ਼ਿੰਦਗੀ ਜੀਣੀ ਹੈ, ਹਉਮੈ ਅਹੰਕਾਰ ਤੋਂ ਬਚਣ ਦੀ ਟਰਾਈ ਕਰਨੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਇਹ ਜੋਗੀ ਜਨੋ, ਇਹ ਹੈ ਜ਼ਿੰਦਗੀ ਦੇ, ਇਹ ਜਿਹੜਾ ਸਹੀ ਰਸਤਾ ਹੈ। ਬਾਕੀ ਦੇ ਜੋ ਵਿਚਾਰ ਹੈ ਉਹ ਆਪ ਜੀ ਦੇ ਨਾਲ ਕੱਲ ਨੂੰ ਸਾਂਝੀ ਕਰਾਂਗੇ। ਅੱਜ ਅਸੀਂ ਇੱਥੇ ਹੀ ਸਮਾਪਤੀ ਕਰ ਰਹੇ ਹਾਂ। ਹੁਣ ਅਗਲੀ ਕਾਰਵਾਈ ਵੀਰ ਗੁਰਮੁਖ ਸਿੰਘ ਜੀ ਕਰਨਗੇ। ਤਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਅੱਜ ਦੀ ਇਸ ਵਿਚਾਰ ਵਿੱਚ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਆਪਣਾ ਸਵਾਲ ਪੁੱਛ ਸਕਦੇ ਨੇ। ਜੇ ਕਿਸੇ ਵੀਰ ਭੈਣ ਨੇ ਕੋਈ ਆਪਣਾ ਵਿਚਾਰ ਦੇਣਾ ਹੈ ਤਾਂ ਆਪਣੇ ਵਿਚਾਰ ਦੇ ਸਕਦੇ ਨੇ। ਉਹ ਵੀਰ ਭੈਣਾਂ ਅਨਮਿਊਟ ਹੋ ਜਾਣ, ਬਾਰ-ਬਾਰ ਨਾ ਕਹਿਣਾ ਪਵੇ। ਤੇ ਜਿਹੜੇ ਵੀਰ ਮੇਰੇ